ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਮਾਝ ਕੀ ਵਾਰ ਦੀ ਵਿਚਾਰ ਕੁਝ ਦਿਨ ਤੋਂ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 7 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 8ਵੀਂ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ ਤੇ ਇਸ ਪੌੜੀ ਦੇ ਨਾਲ ਸਭ ਤੋਂ ਪਹਿਲਾ ਜੋ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 141 ਤੇ ਅੰਕਿਤ ਹੈ। ਇਸ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਮੁਸਲਮਾਨ ਦੀ ਗੱਲ ਕਰ ਰਹੇ ਹਨ ਕਿ ਇੱਕ ਜੋ ਸੱਚਾ ਮੁਸਲਮਾਨ ਹੈ ਉਹ ਕੌਣ ਹੈ, ਉਹਦੇ ਵਿੱਚ ਕਿਹੜੇ ਗੁਣ ਨੇ ਔਰ ਕਿਹੜੇ ਗੁਣ ਉਹਦੇ ਵਿੱਚ ਹੋਣੇ ਚਾਹੀਦੇ ਨੇ। ਗੱਲ ਮੁਸਲਮਾਨ ਦੀ ਹੈ ਕਿਉਂਕਿ ਕਿਸੇ ਮੁਸਲਮਾਨ ਵੀਰ ਦੇ ਨਾਲ ਗੱਲ ਹੋ ਰਹੀ ਹੈ ਤੇ ਗੱਲ ਸਰਬ ਸਾਂਝੀ ਹੈ। ਇਹ ਜਿਹੜੇ ਗੁਣ ਨੇ ਇਹ ਹਰ ਧਰਮੀ ਇਨਸਾਨ ਦੇ ਅੰਦਰ ਹੋਣੇ ਜ਼ਰੂਰੀ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਇਸ ਦਾ ਉਚਾਰਨ ਕਰਨ ਲੱਗਿਆ ਥੋੜਾ ਜਿਹਾ ਧਿਆਨ ਰੱਖਣਾ ਹੈ। ਜਿਵੇਂ ਅਸੀਂ ਮੁਸਲਮਾਨ ਪੜਾਂਗੇ ਤਾਂ ਨੰਨਾ ਨਾ ਬੁੱਲੇ, ਇੱਥੇ ਅਣਾਣਾ ਹੈ ਤਾਂ ਅਸਾਂ ਅਣਾਣੇ ਦਾ ਉਚਾਰਨ ਹੀ ਕਰਨਾ ਹੈ। ਕਹਾਵਣ ਨਹੀਂ ਕਹਿਣਾ, ਕਹਾਵਣ। ਮੁਸਲਮਾਨ ਕਹਾਵਣ ਮੁਸ਼ਕਲ, ਇੱਥੇ ਵਿਸਰਾਮ ਲਾਵਾਂਗੇ। ਜਾਂ ਹੋਏ, ਫਿਰ ਇੱਥੇ ਵਿਸਰਾਮ ਲਗਾਵਾਂਗੇ ਤਾਂ ਮੁਸਲਮਾਨ ਕਹਾਵੇ। ਮੁਸ਼ਕਲ ਦਾ ਮਤਲਬ ਹੈ ਔਖਾ, ਕਿ ਮੁਸਲਮਾਨ ਅਖਵਾਣਾ ਔਖਾ ਹੈ। ਮੁਸਲਮਾਨ ਅਖਵਾਣਾ ਔਖਾ ਹੈ, ਮੁਸਲਮਾਨ ਬਣਨਾ ਔਖਾ ਹੈ। ਜੇ ਉਹੋ ਜਿਹਾ ਬਣੇ, ਅਸਲ ਮੁਸਲਮਾਨ ਹੋਵੇ ਤਾਂ ਕੋਈ ਬੰਦਾ ਆਪਣੇ ਆਪ ਨੂੰ ਮੁਸਲਮਾਨ ਅਖਵਾਏ, ਨਹੀਂ ਤਾਂ ਮੁਸਲਮਾਨ ਹੋਣ ਦਾ ਵਿਖਾਵਾ ਨਾ ਕਰੇ। ਦੇਖੋ, ਧਰਮੀ ਹੋਣਾ ਔਰ ਧਰਮੀ ਦਿਸਣਾ ਇਹ ਦੋਵੇਂ ਵੱਖਰੀਆਂ ਚੀਜ਼ਾਂ ਨੇ। ਧਰਮੀ ਦਿਸਣਾ ਬਹੁਤ ਸੌਖਾ ਹੈ। ਤੁਸੀਂ ਕਿਸੇ ਵੀ ਧਰਮ ਦੇ ਕੱਪੜੇ ਪਾ ਲਓ, ਚਿੰਨ੍ਹ ਧਾਰਨ ਕਰ ਲਓ ਤਾਂ ਬਸ ਧਰਮੀ ਦਿਸਣਾ ਸ਼ੁਰੂ ਹੋ ਗਏ। ਜਨੇਊ ਆਦਿਕ ਪਾ ਲਓ, ਟਿੱਕਾ ਲਗਾ ਲਓ ਤਾਂ ਤੁਹਾਡੇ ਬਾਹਰੋਂ ਦਿਸਣਾ ਸ਼ੁਰੂ ਹੋ ਗਿਆ ਕਿ ਹਿੰਦੂ ਹੈ। 5 ਕਕਾਰੀ ਰਹਿਤ ਧਾਰਨ ਕਰ ਲਓ, ਦਿਸਣਾ ਸ਼ੁਰੂ ਹੋ ਗਏ ਕਿ ਇਹ ਬੰਦਾ ਸਿੱਖ ਹੈ। ਇਸੇ ਤਰ੍ਹਾਂ ਮੁਸਲਮਾਨਾਂ ਵਾਲੇ ਵਸਤਰ ਪਾ ਲਓ, ਦਿਸਣਾ ਸ਼ੁਰੂ ਹੋ ਗਏ ਕਿ ਇਹ ਮੁਸਲਮਾਨ ਹੈ। ਯਾਨੀ ਧਰਮੀ ਦਿਸਣਾ ਬਹੁਤ ਸੌਖਾ ਹੈ, ਕਿਉਂਕਿ ਵਸਤਰ ਪਾ ਲਿਆ, ਕਿਸੇ ਵੀ ਧਰਮ ਦਾ ਪਹਿਨਾਵਾ ਪਹਿਨ ਲਿਆ ਤੇ ਧਰਮੀ ਦਿਸਣਾ ਸ਼ੁਰੂ ਹੋ ਗਏ। ਪਰ ਧਰਮੀ ਬਣਨਾ ਔਖਾ ਹੈ। ਧਰਮੀ ਬਣਨ ਵਾਸਤੇ ਸਾਨੂੰ ਬਹੁਤ ਕੁਝ ਆਪਣੇ ਪਾਪ ਔਰ ਵਿਕਾਰ ਤਿਆਗਣੇ ਪੈਣਗੇ। ਸੱਚ ਨੂੰ ਆਧਾਰ ਬਣਾ ਕੇ ਬੜੀ ਇਮਾਨਦਾਰੀ ਦੇ ਨਾਲ ਆਪਣੇ ਹਰ ਫਰਜ਼ ਨੂੰ ਪੂਰਾ ਕਰਨਾ ਪਵੇਗਾ। ਉੱਚੀ ਸੁੱਚੀ ਸੋਚ ਰੱਖਣੀ ਹੋਵੇਗੀ, ਤਾਂ ਹੀ ਅਸੀਂ ਧਰਮੀ ਹੋ ਸਕਾਂਗੇ। ਇਸ ਲਈ ਗੁਰੂ ਜੀ ਇੱਥੇ ਵਿਖਾਵੇ ਦਾ ਖੰਡਨ ਕਰ ਰਹੇ ਨੇ ਔਰ ਜੋ ਅਸਲ ਧਰਮ ਦੀ ਗੱਲ ਹੈ ਉਹ ਸਾਨੂੰ ਸਮਝਾ ਰਹੇ ਨੇ ਕਿ ਕਿਵੇਂ ਅਸਲ ਧਰਮੀ ਹੋਇਆ ਜਾ ਸਕਦਾ ਹੈ। ਤਾਂ ਇੱਥੇ ਮੁਸਲਮਾਨ ਵਾਸਤੇ ਗੱਲ ਕਹੀ ਜਾ ਰਹੀ ਹੈ ਕਿ ਐਵੇਂ ਵਿਖਾਵੇ ਦੇ ਨਾਲ ਕੋਈ ਮੁਸਲਮਾਨ ਨਹੀਂ ਹੁੰਦਾ। ਮੁਸਲਮਾਨ ਕਹਾਣਾ ਮੁਸ਼ਕਲ ਹੈ। ਜੇ ਕੋਈ ਉਸ ਤਰ੍ਹਾਂ ਦਾ ਹੋਵੇ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾਏ, ਨਹੀਂ ਤਾਂ ਵਿਖਾਵਾ ਨਾ ਕਰੇ। ਵਿਖਾਵੇ ਦਾ ਕੋਈ ਲਾਭ ਨਹੀਂ। ਤਾਂ ਹੁਣ ਮੁਸਲਮਾਨ ਦੀ ਨਿਸ਼ਾਨੀ ਕੀ ਦੱਸਦੇ ਨੇ? ਅਵਲ ਔਲ, ਇੱਥੇ ਥੋੜਾ ਜਿਹਾ ਰੁਕਣਾ ਹੈ, ਵਿਸ਼ਰਾਮ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਅਵਲ ਔਲ ਦਾ ਮਤਲਬ ਪਹਿਲਾਂ ਪਹਿਲ, ਸਭ ਤੋਂ ਪਹਿਲਾਂ। ਅਵਲ ਔਲ ਦਾ ਮਤਲਬ ਸਭ ਤੋਂ ਪਹਿਲਾਂ। ਤੁਸੀਂ ਨੋਟ ਕੀਤਾ ਹੋਵੇਗਾ ਕਿ ਅੱਖਰ ਊੜਾ ਔਰ ਵੱਵਾ ਜਿਹੜਾ ਹੈ ਨਾ, ਇਹ ਆਪਸ ਦੇ ਵਿੱਚ ਬਦਲ ਜਾਂਦੇ ਨੇ, ਕਿਉਂਕਿ ਇਹਨਾਂ ਦੋਹਾਂ ਦਾ ਉਚਾਰਨ ਅਸਥਾਨ ਇਹੋ ਹੀ ਹੈ। ਇਸੇ ਵਾਰ ਦੇ ਵਿੱਚ ਆਪਨੇ ਪੜਿਆ ਹੋਣਾ ਹੈ ਲਫ਼ਜ਼ ਪੌੜੀ ਔਰ ਪਵੜੀ, ਇਹ ਵਰਤੇ ਜਾ ਰਹੇ ਨੇ। ਤਾਂ ਇੱਥੇ ਅਵਲ ਔਲ, ਇੱਥੇ ਵੱਵੇ ਦੀ ਜਗ੍ਹਾ ਤੇ ਊੜਾ ਆ ਗਿਆ ਹੈ। ਅਵਲ ਦਾ ਮਤਲਬ ਪਹਿਲਾਂ, ਅਵਲ ਔਲ ਦਾ ਮਤਲਬ ਸਭ ਤੋਂ ਪਹਿਲਾਂ। ਦੀਨ ਕਰ ਮਿੱਠਾ, ਦੀਨ ਦਾ ਮਤਲਬ ਮਜ਼ਹਬ, ਧਰਮ। ਮਿੱਠਾ ਕਰਕੇ ਮੰਨੇ। ਅਸਲੀ ਮੁਸਲਮਾਨ ਬਣਨ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਦੀਨ ਜਿਹੜਾ ਹੈ ਉਹ ਪਿਆਰਾ ਲੱਗੇ। ਮਸਕਲ ਮਾਨਾ ਮਾਲ ਮੁਸਾਵੇ, ਮਾਨਾ ਦਾ ਮਤਲਬ ਹੁੰਦਾ ਹੈ ਤਰ੍ਹਾਂ, ਤੇ ਮਸਕਲ ਮਿਸਕਲਾ ਨੂੰ ਕਹਿੰਦੇ ਨੇ ਜਗਾਲ ਲਾਣ ਵਾਲਾ ਹਥਿਆਰ।
ਜਿਵੇਂ ਕਿਸੇ ਲੋਹੇ ਦੇ ਉੱਤੇ ਜੰਗਾਲ ਲੱਗ ਜਾਏ ਨਾ, ਤੇ ਰੇਤੀ ਆਦਿਕ ਦੇ ਨਾਲ ਉਹਨੂੰ ਰਗੜ ਕੇ ਜੰਗਾਲ ਲਾਇਆ ਜਾਂਦਾ ਹੈ। ਮਾਨਾ ਦਾ ਮਤਲਬ ਤਰ੍ਹਾਂ, ਮਸਕਲ ਮਾਨਾ ਦਾ ਮਤਲਬ ਮਿਸਕਲੇ ਦੀ ਤਰ੍ਹਾਂ ਆਪਣੇ ਮਨ ਬੁੱਧ ਦੇ ਉੱਤੋਂ ਵਿਕਾਰਾਂ ਦਾ ਜੰਗਾਲ ਲਾਏ। ਮਾਲ ਮੁਸਾਵੇ ਦਾ ਮਤਲਬ ਜੋ ਆਪਣੀ ਕਮਾਈ ਦਾ ਧਨ ਹੈ ਨਾ, ਉਹ ਲੋੜਵੰਦਾਂ ਦੇ ਨਾਲ ਵੰਡੇ। ਮਸਕਲ ਮਾਨਾ ਮਾਲ ਮੁਸਾਵੇ, ਜਿਵੇਂ ਅਸੀਂ ਕਿਸੇ ਲੋਹੇ ਦੇ ਉੱਤੇ ਲੱਗੇ ਹੋਏ ਜੰਗਾਲ ਨੂੰ ਰਗੜ ਕੇ ਲਾਂਦੇ ਆ, ਜੰਗਾਲ ਪਾਸੇ ਹੋ ਜਾਂਦਾ ਹੈ ਤੇ ਉਹ ਲੋਹਾ ਅੰਦਰੋਂ ਚਮਕਣ ਲੱਗ ਜਾਂਦਾ ਹੈ। ਤਾਂ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਦੌਲਤ ਹੈ, ਜੋ ਸਾਡੇ ਕੋਲ ਹੈ, ਉਸ ਚੀਜ਼ ਨੂੰ ਮੁਸਾਵੇ ਦਾ ਮਤਲਬ ਲੁਟਾਵੇ, ਯਾਨੀ ਆਪਣਾ ਜੋ ਧਨ ਹੈ ਉਹਨੂੰ ਵੰਡ ਕੇ ਛਕੇ ਔਰ ਆਪਣੀ ਜ਼ਿੰਦਗੀ ਦੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਉਤਾਰੇ। ਹੁਣ ਜ਼ਰੂਰੀ ਹੈ ਕਿ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਗਰੀਬ ਨੇ ਜਿਨ੍ਹਾਂ ਦਾ 2 ਵਕਤ ਦਾ ਗੁਜ਼ਾਰਾ ਵੀ ਨਹੀਂ ਹੈ। ਉਹਨਾਂ ਵਾਸਤੇ ਕੁਛ ਨਾ ਕੁਛ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਹਰ ਬੰਦਾ ਕਰੇ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਕਿ ਮੁਸਲਮਾਨ ਅਖਵਾਣਾ ਔਖਾ ਹੈ, ਬਣਨਾ ਔਖਾ ਹੈ, ਜੇਕਰ ਸਭ ਤੋਂ ਪਹਿਲਾਂ ਉਹ ਆਪਣੇ ਮਜ਼ਹਬ ਨੂੰ ਮੰਨੇ, ਧਰਮ ਨੂੰ ਮੰਨੇ ਮਿੱਠਾ ਕਰਕੇ। ਇੱਥੇ ਹੁਣ ਧਰਮ ਕੀ ਹੈ ਚੀਜ਼ ਸਮਝ ਲੈਣਾ ਹੈ। ਇੱਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਧਰਮ ਦਾ ਮਤਲਬ ਫਰਜ਼, ਜੋ ਆਪਾਂ ਧਰਮ ਦੀ ਡੈਫੀਨੇਸ਼ਨ ਲਿਖੀ ਹੋਈ ਹੈ ਨਾ, ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ। ਤਾਂ ਆਪਣੇ ਫਰਜ਼ਾਂ ਨੂੰ ਮਿੱਠਾ ਕਰਕੇ ਸੱਚ ਦੇ ਨਾਲ, ਇਮਾਨਦਾਰੀ ਦੇ ਨਾਲ ਪੂਰਾ ਕਰੇ। ਜਿਵੇਂ ਮਸਕਲੇ ਦੇ ਨਾਲ ਜੰਗਾਲ ਲਾਈਦਾ ਹੈ, ਆਪਣੀ ਜ਼ਿੰਦਗੀ ਦੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਦੂਰ ਕਰੇ। ਔਰ ਮਾਲ ਮੁਸਾਵੇ ਦਾ ਮਤਲਬ ਆਪਣੇ ਮਾਲ ਨੂੰ ਲੁਟਾਵੇ ਦਾ ਮਤਲਬ ਵੰਡ ਕੇ ਛਕੇ। ਹੋਏ ਮੁਸਲਿਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਦੀਨ ਮੁਹਾਣੇ ਦਾ ਮਤਲਬ ਦੀਨ ਦੀ ਅਗਵਾਈ ਵਿੱਚ, ਦੀਨ ਦੇ ਸਨਮੁਖ, ਧਰਮ ਦੇ ਅਨੁਸਾਰ। ਦੀਨ ਮੁਹਾਣੇ ਦਾ ਮਤਲਬ ਦੀਨ ਦੀ ਅਗਵਾਈ ਵਿੱਚ, ਧਰਮ ਦੀ ਅਗਵਾਈ ਵਿੱਚ, ਧਰਮ ਦੇ ਅਨੁਸਾਰ ਜ਼ਿੰਦਗੀ ਜੀਵੇ, ਮਜ਼ਹਬ ਦੀ ਅਗਵਾਈ ਵਿੱਚ ਤੁਰੇ। ਯਾਨੀ ਆਪਣੇ ਜੋ ਫਰਜ਼ ਨੇ ਨਾ ਸੱਚ ਅਨੁਸਾਰ, ਉਹਨਾਂ ਅਨੁਸਾਰ ਜ਼ਿੰਦਗੀ ਜੀਵੇ, ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਣ ਵਾਲੀ ਜ਼ਿੰਦਗੀ ਜੀਵੇ। ਮਰਨ ਜੀਵਨ ਕਾ ਭਰਮ ਚੁਕਾਵੇ। ਮਰਨ ਜੀਵਨ ਕਾ ਮਤਲਬ ਪੂਰੀ ਜ਼ਿੰਦਗੀ ਦਾ, ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਉਮਰ। ਭਰਮ ਦਾ ਮਤਲਬ ਭਟਕਣਾ, ਚੁਕਾਵੇ ਦਾ ਮਤਲਬ ਖਤਮ ਕਰ ਦੇਵੇ, ਆਪਣੀ ਸਾਰੀ ਜ਼ਿੰਦਗੀ ਦੀ ਭਟਕਣਾ ਖਤਮ ਕਰ ਦੇਵੇ। ਪੂਰੇ ਜੀਵਨ ਭਰ ਆਪਣੀ ਸੁਰਤ ਨੂੰ ਇਹਨਾਂ ਫਰਜ਼ਾਂ ਤੋਂ, ਸੱਚ ਤੋਂ ਭਟਕਣ ਨਾ ਦੇਵੇ। ਇੱਕ ਪਲ ਵਾਸਤੇ ਵੀ ਸੁਰਤ ਨਾ ਭਟਕੇ ਕਿ ਚਲੋ ਅੱਜ ਫਰਜ਼ ਪੂਰੇ ਕਰ ਲੈਣੇ ਤੇ ਕੱਲ ਨੂੰ ਨਾ ਕਰੀਏ। ਹੁਣ ਇੱਕ ਵਾਰੀ ਸੱਚ ਬੋਲ ਲਿਆ ਤੇ ਬਾਕੀ ਸਾਰੀ ਜ਼ਿੰਦਗੀ ਝੂਠ ਬੋਲੀ ਜਾਈਏ। ਸਵੇਰੇ ਨਮਾਜ਼ ਪੜ੍ਹ ਲਈ ਤੇ ਹੁਣ ਸਾਰਾ ਦਿਨ ਬੇਸ਼ੱਕ ਠੱਗੀਆਂ ਮਾਰ ਲਈਏ। ਸਵੇਰੇ ਪਾਠ ਕਰ ਲਿਆ ਤੇ ਬਾਕੀ ਸਾਰਾ ਦਿਨ ਨਾ, ਐਵੇਂ ਨਹੀਂ। ਸਾਰੀ ਜ਼ਿੰਦਗੀ ਦੀ ਆਪਣੀ ਭਟਕਣਾ ਨੂੰ ਦੂਰ ਕਰ ਦੇਵੇ ਔਰ ਜੋ ਰਜ਼ਾ ਹੈ, ਆਪਣਾ ਮਜ਼ਹਬ ਹੈ, ਧਰਮ ਹੈ, ਯਾਨੀ ਫਰਜ਼ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਜ਼ਿੰਦਗੀ ਤੁਰੇ ਔਰ ਆਪਣੀ ਭਟਕਣਾ ਨੂੰ ਦੂਰ ਕਰੇ। ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੇ ਅਸਲ ਮੁਸਲਮਾਨ ਉਹ ਹੈ ਜੋ ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ। ਜੇ ਮੁਸਲਮਾਨ ਅਖਵਾਣਾ ਹੈ, ਧਰਮੀ ਅਖਵਾਣਾ ਹੈ, ਤਾਂ ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ। ਰਜ਼ਾ ਦਾ ਮਤਲਬ ਭਾਣਾ, ਹੁਕਮ, ਯਾਨੀ ਸਿਸਟਮ, ਲਾ ਆਫ ਨੇਚਰ ਆਪਣੇ ਸਿਰ ਮੱਥੇ ਮੰਨੇ। ਰਜ਼ਾ ਤੋਂ ਬਾਹਰ ਨਾ ਜਾਏ, ਭਾਣੇ ਤੋਂ ਬਾਹਰ ਨਾ ਜਾਏ, ਕੁਦਰਤੀ ਨਿਯਮਾਂ ਨੂੰ ਨਾ ਤੋੜੇ, ਰਜ਼ਾ ਦੇ ਵਿੱਚ ਰਹੇ। ਕਰਤਾ ਮੰਨੇ, ਸਭ ਕੁਝ ਕਰਨ ਵਾਲਾ ਜੋ ਕਰਤਾ ਹੈ ਉਹਨੂੰ ਮੰਨੇ, ਉਹਦੇ ਅੱਗੇ ਸਿਰ ਝੁਕਾਏ, ਉਹਦੇ ਗੁਨਾਹ ਦਾ ਧਾਰ ਨਹੀਂ ਹੋਵੇ। ਆਪ ਗਵਾਵੇ ਦਾ ਮਤਲਬ ਆਪਣੀ ਜ਼ਿੰਦਗੀ ਚੋਂ ਖੁਦੀ ਨੂੰ ਮਿਟਾ ਦੇਵੇ, ਆਪਣੇ ਆਪੇ ਨੂੰ ਮਿਟਾਏ, ਆਪਣੀ ਹਉਮੈ ਨੂੰ ਖਤਮ ਕਰੇ। ਨਾ ਇਨਫੀਰੀਓਰਿਟੀ ਕੰਪਲੈਕਸ ਉਹਦੇ ਵਿੱਚ ਹੋਵੇ ਔਰ ਨਾ ਸੁਪਰੀਓਰਿਟੀ ਕੰਪਲੈਕਸ ਹੀ ਹੋਵੇ। ਉਹ ਬੰਦਾ ਜੇ ਐਸਾ ਹੈ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾਏ,
ਨਹੀਂ ਤਾਂ ਮੁਸਲਮਾਨ ਨਾ ਅਖਵਾਏ, ਵਿਖਾਵੇ ਦਾ ਕੀ ਲਾਭ। ਤੇ ਨਾਲ ਦੇ ਨਾਲ ਇਹ ਗੱਲ ਸਾਰਿਆਂ ਦੇ ਉੱਤੇ ਢੁਕਦੀ ਹੈ ਕਿ ਕੋਈ ਵੀ ਬੰਦਾ ਜਿਹੜਾ ਧਰਮੀ ਅਖਵਾਰਿਆ ਹੈ, ਜੇ ਉਹਦੇ ਅੰਦਰ ਇਹ ਗੁਣ ਹੈ ਨੇ ਤਾਂ ਧਰਮੀ ਅਖਵਾਏ, ਨਹੀਂ ਤੇ ਧਰਮ ਦਾ ਪਖੰਡ ਨਾ ਕਰੇ, ਮਜ਼ਹਬ ਦਾ ਪਖੰਡ ਨਾ ਕਰੇ, ਲੋਕਾਂ ਨੂੰ ਧੋਖਾ ਨਾ ਦੇਵੇ, ਆਪ ਵੀ ਧੋਖੇ ਦੇ ਅੰਦਰ ਨਾ ਰਹੇ। ਤੋ ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ। ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ, ਇੱਥੇ ਜੀਆਂ ਨਹੀਂ ਪੜਾਂਗੇ, ਜੀਆਂ। ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਤਾਂ ਸਰਬ ਜੀਆਂ ਮਿਹਰਮਤ ਹੋਏ ਕਿ ਰੱਬ ਦੇ ਜੋ ਸਾਰੇ ਪੈਦਾ ਕੀਤੇ ਹੋਏ ਜੀਵ ਨੇ, ਮਨੁੱਖ ਮਾਤਰ ਨੇ, ਮਿਹਰਮਤ ਹੋਏ ਦਾ ਮਤਲਬ ਉਹਨਾਂ ਤੇ ਤਰਸ ਕਰੇ, ਉਹਨਾਂ ਦੇ ਨਾਲ ਪਿਆਰ ਕਰੇ, ਤਾਂ ਮੁਸਲਮਾਨ ਕਹਾਵੇ, ਤਾਂ ਕੋਈ ਮੁਸਲਮਾਨ ਅਖਵਾਏ, ਨਹੀਂ ਤਾਂ ਆਪਣੇ ਆਪ ਨੂੰ ਮੁਸਲਮਾਨ ਨਾ ਅਖਵਾਏ, ਕਿਉਂਕਿ ਉਹ ਧਰਮ ਦੇ ਨਾਲ, ਮਜ਼ਹਬ ਦੇ ਨਾਲ ਧੋਖਾ ਹੋਏਗਾ, ਕਿਉਂਕਿ ਅਸਲੀ ਤੇ ਹੈ ਨਹੀਂ ਤੇ ਵਿਖਾਵਾ ਕਰ ਰਿਹਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਇਹ ਸਾਰੇ ਗੁਣ ਕਿਸੇ ਦੇ ਵਿੱਚ ਹੈ ਨੇ ਤਾਂ ਉਹ ਮੁਸਲਮਾਨ ਅਖਵਾਵੇ, ਐਵੇਂ ਮੁਸਲਮਾਨ ਨਾ ਅਖਵਾਏ, ਕਿਉਂਕਿ ਸੱਚਾ ਮੁਸਲਮਾਨ ਬਣਨਾ ਔਖਾ ਹੈ। ਜੇ ਹੋਇਆ ਹੈ ਕੋਈ ਤਾਂ ਅਖਵਾਏ। ਉਹਦੇ ਵਿੱਚ ਕਿਹੜੇ ਕਿਹੜੇ ਗੁਣ ਦੱਸੇ ਨੇ? ਅਵਲ ਔਲ ਦੀਨ ਕਰ ਮਿੱਠਾ ਪਹਿਲਾ, ਉਹ ਸੱਚ ਨੂੰ ਆਧਾਰ ਬਣਾ ਕੇ ਫਰਜ਼ਾਂ ਨੂੰ ਪੂਰਾ ਕਰੇ। ਦੂਜੇ ਨੰਬਰ ਤੇ ਜਿਹੜਾ ਹੈ ਆਪਣੇ ਮਸਕਲੇ ਦੀ ਤਰ੍ਹਾਂ, ਜੰਗਾਲ ਲਾਣ ਦੀ ਤਰ੍ਹਾਂ ਆਪਣੇ ਜੀਵਨ ਦੇ ਅੰਦਰੋਂ ਵਿਕਾਰਾਂ ਦੀ ਕਾਲਖ ਨੂੰ ਦੂਰ ਕਰੇ, ਔਰ ਨਾਲ ਜਿਹੜਾ ਹੈ ਧਨ ਜਿਹੜਾ ਹੈ ਵੰਡ ਕੇ ਛਕੇ। ਫਿਰ ਦੀਨ ਮੁਹਾਣੇ ਦਾ ਮਤਲਬ ਦੀਨ ਦੀ ਅਗਵਾਈ ਦੇ ਅੰਦਰ ਚੱਲੇ, ਕੇਵਲ ਬਾਹਰੀ ਰੂਪ ਧਾਰਨ ਨਾ ਕਰੇ, ਸਾਰੇ ਜਨਮ ਦੀ ਆਪਣੀ ਭਟਕਣਾ ਮੁਕਾ ਦੇਵੇ, ਵਿਕਾਰਾਂ ਵੱਲ ਆਪਣੇ ਧਿਆਨ ਨੂੰ ਨਾ ਭਟਕਣ ਦੇਵੇ, ਰੱਬ ਦੀ ਰਜ਼ਾ ਭਾਣੇ ਦੇ ਵਿੱਚ ਤੁਰੇ, ਜੋ ਸਾਰੀ ਸ੍ਰਿਸ਼ਟੀ ਦਾ, ਕਾਇਨਾਤ ਦਾ ਕਰਤਾ ਹੈ, ਉਸ ਨੂੰ ਮੰਨੇ, ਆਪਣੇ ਆਪੇ ਨੂੰ, ਆਪਣੀ ਈਗੋ ਨੂੰ ਅੰਦਰੋਂ ਖਤਮ ਕਰੇ। ਜਿੰਨੇ ਵੀ ਸੰਸਾਰ ਅੰਦਰ ਮਨੁੱਖ ਮਾਤਰ ਨੇ, ਚਾਹੇ ਉਹ ਕਿਸੇ ਵੀ ਧਰਮ ਮਜ਼ਹਬ ਨਾਲ ਸੰਬੰਧ ਰੱਖਦੇ ਨੇ, ਸਾਰਿਆਂ ਦੇ ਨਾਲ ਪਿਆਰ ਕਰੇ, ਤਰਸ ਕਰੇ, ਹਰ ਇੱਕ ਦੀ ਸੇਵਾ ਦੇ ਵਿੱਚ ਹਾਜ਼ਰ ਹੋਵੇ, ਤਾਂ ਮੁਸਲਮਾਨ ਕਹਾਵੇ, ਤਾਂ ਕੋਈ ਆਪਣੇ ਆਪ ਨੂੰ ਮੁਸਲਮਾਨ ਅਖਵਾਏ, ਤਾਂ ਉਹਨੂੰ ਸੱਚਾ ਮੁਸਲਮਾਨ ਮੰਨਿਆ ਜਾ ਸਕਦਾ ਹੈ, ਨਹੀਂ ਤਾਂ ਨਹੀਂ। ਇਸੇ ਤਰ੍ਹਾਂ ਬਾਕੀ ਦੇ ਜੋ ਧਰਮਾਂ ਦੇ ਲੋਕ ਨੇ, ਚਾਹੇ ਉਹ ਹਿੰਦੂ ਨੇ, ਸਿੱਖ ਨੇ ਜਾਂ ਈਸਾਈ ਨੇ, ਹੋਰ ਨੇ, ਉਹਨਾਂ ਸਾਰਿਆਂ ਦੇ ਉੱਤੇ ਵੀ ਇਹ ਗੁਣ ਲਾਗੂ ਹੁੰਦੇ ਨੇ। ਸਰਬ ਸਾਂਝੀ ਹੈ ਨਾ ਪਾਵਨ ਬਾਣੀ। ਤਾਂ ਕੋਈ ਧਰਮੀ ਇਨਸਾਨ ਅਖਵਾਏ, ਜੇਕਰ ਇਹ ਅੰਦਰ ਗੁਣ ਨਹੀਂ ਹਨ ਤਾਂ ਐਵੇਂ ਕੱਪੜੇ ਪਾ ਕੇ ਲੋਕਾਂ ਨੂੰ ਧੋਖੇ ਨਾ ਦਿੰਦਾ ਫਿਰੇ, ਆਪ ਵੀ ਧੋਖੇ ਵਿੱਚ ਨਾ ਰਹੇ। ਅੱਗੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਕਿ ਜ਼ਿੰਦਗੀ ਅਸੀਂ ਕਿਵੇਂ ਜੀਵੀਏ, ਧਰਮੀ ਅਸੀਂ ਕਿਵੇਂ ਹੋ ਸਕਦੇ ਹਾਂ, ਸਾਡੇ ਜੀਵਨ ਵਿੱਚ ਵਿਕਾਸ ਕਿਵੇਂ ਹੋ ਸਕਦਾ ਹੈ, ਖੁਸ਼ੀਆਂ ਖੇੜੇ ਆਨੰਦ ਕਿਵੇਂ ਆ ਸਕਦੇ ਨੇ। ਤਾਂ ਸਾਨੂੰ ਸਮਝਾ ਰਹੇ ਹਨ ਕਿ ਪਰਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੇ। ਪਰਹਰ ਦਾ ਮਤਲਬ ਤਿਆਗ ਕੇ, ਤਜ ਦਾ ਮਤਲਬ ਛੱਡ ਕੇ। ਜੋ ਮਨੁੱਖ ਕਾਮ ਕ੍ਰੋਧ ਝੂਠ ਔਰ ਨਿੰਦਾ ਨੂੰ ਛੱਡੇ, ਇਹਨਾਂ ਦਾ ਤਿਆਗ ਕਰੇ, ਇਹਨਾਂ ਨੂੰ ਦੂਰ ਕਰੇ। ਕਾਮ ਦਾ ਮਤਲਬ ਕਿ ਮਾੜੀ ਨਜ਼ਰ ਦੇ ਨਾਲ ਪਰ ਇਸਤਰੀ ਨੂੰ ਤੱਕਣਾ, ਯਾਨੀ ਜਿਵੇਂ ਅਸੀਂ ਰੋਜ਼ ਗੱਲ ਕਰਦੇ ਹਾਂ ਔਰ ਇਹ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਆਪਣੀ ਔਰਤ ਤੋਂ ਬਿਨਾਂ ਹਰ ਔਰਤ ਨੂੰ ਮਾਂ, ਭੈਣ ਔਰ ਧੀ ਦੀ ਤਰ੍ਹਾਂ ਵੇਖੇ। ਹਰ ਔਰਤ ਆਪਣੇ ਪਤੀ ਤੋਂ ਇਲਾਵਾ ਹਰ ਬੰਦੇ ਨੂੰ ਆਪਣੇ ਪਿਤਾ, ਭਰਾ ਔਰ ਪੁੱਤਰ ਦੀ ਤਰ੍ਹਾਂ ਵੇਖੇ ਔਰ ਵਿਹਾਰ ਕਰੇ। ਇਸੇ ਨੂੰ ਕਹਿੰਦੇ ਨੇ ਕਾਮ ਦਾ ਤਿਆਗ ਕਰਨਾ। ਕ੍ਰੋਧ ਜਿਹੜਾ ਹੈ, ਇਸ ਕ੍ਰੋਧ ਨੂੰ ਤਿਆਗੇ, ਐਵੇਂ ਹੀ ਝੂਠੀਆਂ ਥੋੜੀਆਂ ਥੋੜੀਆਂ ਗੱਲਾਂ ਤੋਂ ਕ੍ਰੋਧ ਦੇ ਵਿੱਚ, ਤੈਸ਼ ਦੇ ਵਿੱਚ ਨਾ ਆਏ। ਜੇ ਕੋਈ ਮੇਰੀ ਗਲਤੀ ਮੈਨੂੰ ਦੱਸਦਾ ਹੈ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਸ਼ਾਂਤੀ ਦੇ ਨਾਲ ਉਹਨੂੰ, ਗਲਤੀ ਨੂੰ ਸੁਣਾ, ਜੋ ਕੁਛ ਮੈਨੂੰ ਦੱਸਿਆ ਜਾ ਰਿਹਾ ਹੈ। ਫਿਰ ਮੈਂ ਉਸ ਬੰਦੇ ਨੂੰ ਬੜੇ ਪਿਆਰ ਦੇ ਨਾਲ ਕਹਾਂ ਕਿ ਮੈਂ ਭਾਈ ਵਿਚਾਰ ਕਰਾਂਗਾ, ਜੇ ਵਾਸਤਵ ਵਿੱਚ ਮੇਰੇ ਵਿੱਚ ਗਲਤੀ ਹੋਈ ਤੇ ਮੈਂ ਇਹਨੂੰ ਸੁਧਾਰਾਂਗਾ, ਔਰ ਜੇ ਮੇਰੀ ਗਲਤੀ ਹੋਈ ਤਾਂ ਮੁਆਫੀ ਵੀ ਮੰਗਾਂਗਾ। ਲੇਕਿਨ ਹੁੰਦਾ ਕੀ ਹੈ ਕਿ ਸਾਨੂੰ ਕਿਸੇ ਨੇ ਥੋੜਾ ਜਿਹਾ ਗਲਤ ਕਿਹਾ, ਨਾਲ ਦੇ ਨਾਲ ਅਸੀਂ ਭੜਕ ਜਾਂਦੇ ਹਾਂ, ਨਾਲ ਦੇ ਨਾਲ ਕ੍ਰੋਧ ਵਿੱਚ ਆ ਗਏ। ਤੇ ਜਿਹੜਾ ਕ੍ਰੋਧੀ ਮਨੁੱਖ ਹੈ ਉਹ ਕਦੇ ਸ਼ਾਂਤ ਨਹੀਂ ਹੋ ਸਕਦਾ, ਕਦੇ ਉਹ ਸੁਖੀ ਨਹੀਂ ਹੋ ਸਕਦਾ। ਇਸ ਲਈ ਇਸ ਕ੍ਰੋਧ ਦਾ ਜਿਹੜਾ ਹੈ ਉਹ ਤਿਆਗ ਕਰੇ, ਝੂਠ ਛੱਡੇ,
ਹੁਣ ਕਿੰਨੇ ਨਿੱਕੇ ਨਿੱਕੇ ਝੂਠ ਬੰਦਾ ਸਾਰਾ ਦਿਨ ਬੋਲਦਾ ਰਹਿੰਦਾ ਹੈ। ਇਸ ਚੀਜ਼ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਕਿੱਥੇ ਗਏ ਸੋ? ਮੈਂ ਗੁਰਦੁਆਰਿਓਂ ਆ ਰਿਹਾ। ਤੇ ਆ ਰਹੇ ਹੁੰਦੇ ਆ ਫਿਲਮ ਦੇਖ ਕੇ, ਇਹੋ ਜਿਹੇ ਝੂਠ ਬੋਲਣ ਦਾ ਲਾਭ ਕੀ ਹੈ? ਨਿੱਕੇ ਨਿੱਕੇ ਝੂਠ ਜਦੋਂ ਬੋਲਦਾ ਨਾ ਬੰਦਾ, ਫਿਰ ਆਖਿਰ ਉਹਦੀ ਝੂਠ ਬੋਲਣ ਦੀ ਆਦਤ ਬਣ ਜਾਂਦੀ ਹੈ। ਫਿਰ ਉਹ ਵੱਡੇ ਵੱਡੇ ਝੂਠ ਬੋਲਣ ਲੱਗ ਜਾਂਦਾ ਹੈ। ਫਿਰ ਉਹ ਰਿਸ਼ਵਤਖੋਰੀ, ਚੋਰ ਬਾਜ਼ਾਰੀ ਦੇ ਵਿੱਚ ਪੈ ਜਾਂਦਾ ਹੈ। ਇਹ ਨਿੱਕੇ ਨਿੱਕੇ ਝੂਠ ਨੇ ਵੱਡੇ ਝੂਠਾਂ ਦਾ ਰਾਸਤਾ ਖੋਲ ਦਿੰਦੇ ਨੇ। ਇਸ ਲਈ ਝੂਠ ਨਾ ਬੋਲੋ। ਨਿੰਦਾ ਨਿੰਦਾ ਨੂੰ ਅਸੀਂ ਹੁਣ ਸਮਝਦੇ ਹਾਂ ਕਿ ਆਪਣੇ ਸਵਾਰਥ ਵਾਸਤੇ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਨਾ, ਕਿਸੇ ਦੀ ਝੂਠੀ ਬਦਖੋਈ ਕਰਨੀ। ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ, ਇਹਨਾਂ ਨੂੰ ਦੂਰ ਕਰੇ ਬੰਦਾ। ਜੇ ਮਨੁੱਖ ਕਾਮ, ਕ੍ਰੋਧ, ਝੂਠ, ਨਿੰਦਾ ਨੂੰ ਦੂਰ ਕਰ ਲਵੇ, ਤਜ ਮਾਇਆ ਅਹੰਕਾਰ ਚੁਕਾਵੇ। ਤੇ ਮਾਇਆ ਦਾ ਮਤਲਬ ਜਿਹੜੀ ਸਾਡੀ ਸੋਚ ਹੈ, ਉਹ ਸੋਚ ਜੋ ਸਾਨੂੰ ਸਾਰਿਆਂ ਦੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਕਰਦੀ ਹੈ, ਇਸ ਸੋਚ ਨੂੰ ਛੱਡ ਦੇਵੇ, ਤਜ ਕੇ, ਤਿਆਗ ਕੇ, ਅਹੰਕਾਰ ਚੁਕਾਵੇ ਔਰ ਆਪਣੇ ਅੰਦਰੋਂ ਈਗੋ ਨੂੰ ਵੀ ਦੂਰ ਕਰ ਲਵੇ, ਹੰਕਾਰ ਨੂੰ ਵੀ ਦੂਰ ਕਰ ਲਵੇ। ਇਹ ਸਮਝੇ ਕਿ ਮੈਂ ਵੀ ਹਰ ਦੂਜੇ ਬੰਦਿਆਂ ਵਰਗਾ ਇੱਕ ਬੰਦਾ ਹਾਂ, ਦੂਜਿਆਂ ਤੋਂ ਮੈਂ ਸੁਪੀਰੀਅਰ ਨਹੀਂ ਹਾਂ, ਦੂਜਿਆਂ ਤੋਂ ਮੈਂ ਵੱਡਾ ਨਹੀਂ ਹਾਂ, ਮੈਂ ਬੰਦਿਆਂ ਵਰਗਾ ਇੱਕ ਬੰਦਾ ਹਾਂ। ਔਰ ਦੂਜੀ ਗੱਲ, ਦੂਜੇ ਬੰਦੇ ਵੀ ਮੇਰੇ ਵਰਗੇ ਬੰਦੇ ਨੇ, ਕੋਈ ਮੇਰੇ ਤੋਂ ਉੱਚਾ ਨਹੀਂ, ਕੋਈ ਮੇਰੇ ਤੋਂ ਨੀਵਾਂ ਨਹੀਂ, ਅਸੀਂ ਸਾਰੇ ਇਨਸਾਨ ਹਾਂ। ਹਾਂ, ਗੁਣ ਕਿਸੇ ਦੇ ਅੰਦਰ ਹੋ ਸਕਦੇ ਨੇ, ਕੋਈ ਡਾਕਟਰ ਇੰਜੀਨੀਅਰ ਹੋ ਸਕਦਾ ਹੈ, ਜਿੰਨੀ ਕਿਸੇ ਨੇ ਮਿਹਨਤ ਕੀਤੀ ਹੈ ਉਸ ਹਿਸਾਬ ਦੇ ਨਾਲ ਉਹਨੂੰ ਮਿਹਨਤ ਦਾ ਫਲ ਮਿਲਦਾ ਹੈ। ਤੇ ਕਿਸੇ ਨੂੰ ਨੀਵਾਂ ਨਾ ਸਮਝੇ, ਆਪਣੇ ਅੰਦਰੋਂ ਈਗੋ ਨੂੰ ਦੂਰ ਕਰੇ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਨੂੰ ਦੂਰ ਕਰੇ। ਅੱਜ ਕਾਮ ਕਾਮਨੀ ਮੋਹ ਤਜੈ। ਇੱਥੇ ਕਾਮਨੀ ਦਾ ਮਤਲਬ ਇਸਤਰੀ ਹੈ, ਮੋਹ ਤਜੇ ਦਾ ਮਤਲਬ ਇਸਤਰੀ ਦੇ ਮੋਹ ਨੂੰ ਤਿਆਗੇ। ਹੁਣ ਇੱਥੇ ਇਹ ਚੀਜ਼ ਨਾ ਸਮਝਣ ਵਾਲੀ ਹੈ। ਇਹਦਾ ਮਤਲਬ ਨਹੀਂ ਕਿ ਇੱਥੇ ਇਸਤਰੀ ਨੂੰ ਗਲਤ ਕਿਹਾ ਜਾ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਸਤਰੀ ਦੇ ਮੋਹ ਨੂੰ ਛੱਡੇ। ਇੱਥੇ ਇਸਤਰੀ ਦੇ ਮੋਹ ਨੂੰ ਛੱਡਣ ਤੋਂ ਅਸੀਂ ਭਲੀ ਭਾਂਤੀ ਜਾਣੂ ਹਾਂ ਕਿ ਗੁਰਮਤ ਦੇ ਅੰਦਰ ਪਰਾਈ ਔਰਤ ਨੂੰ ਜਿਹੜਾ ਹੈ ਬੁਰੀ ਨਜ਼ਰ ਦੇ ਨਾਲ ਤੱਕਣ ਨੂੰ ਚੰਗਾ ਨਹੀਂ ਸਮਝਿਆ ਗਿਆ ਔਰ ਇਸ ਚੀਜ਼ ਨੂੰ ਛੁਡਾਇਆ ਗਿਆ ਹੈ। ਇੱਥੇ ਵੀ ਠੀਕ ਉਹੀ ਭਾਵਨਾ ਹੈ। ਤਦ ਕਾਮ ਦਾ ਮਤਲਬ ਕਿ ਅੰਦਰ ਕਾਮ ਵਾਸਨਾ ਕਰਕੇ ਤੇ ਕਿਸੇ ਔਰਤ ਦੇ ਨਾਲ ਮੋਹ ਕਰਨਾ, ਪ੍ਰੇਮ ਪਾਣਾ, ਸਿਰਫ ਕਾਮ ਵਾਸਨਾ ਪੂਰੀ ਕਰਨ ਵਾਸਤੇ, ਫਿਜ਼ੀਕਲੀ ਲੋੜ ਪੂਰੀ ਕਰਨ ਵਾਸਤੇ, ਤਾਂ ਇਹ ਤਾਂ ਗਲਤ ਹੈ ਨਾ। ਤਾਂ ਇਸ ਕਰਮ ਦਾ ਜਿਹੜਾ ਹੈ ਤਿਆਗ ਕਰੇ। ਇਸ ਕਰਕੇ ਔਰਤਾਂ ਦੇ ਨਾਲ ਮੋਹ ਪਾਣਾ ਕਿ ਇਹ ਮਾੜੀ ਬਿਰਤੀ ਦੇ ਨਾਲ, ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ, ਬਹੁਤੀ ਵਿਆਖਿਆ ਦੀ ਲੋੜ ਨਹੀਂ ਹੈ। ਵਿਸ਼ੇ ਵਾਸ਼ਨਾ ਦੀ ਅੰਦਰਲੀ ਬਿਰਤੀ ਨੂੰ ਛੱਡ ਕੇ ਇਸਤਰੀ ਦੇ ਮੋਹ ਨੂੰ ਤਿਆਗੇ ਤਾਂ ਫਿਰ ਕੀ ਹੋਏਗਾ? ਤਾਂ ਅੰਜਨ ਮਾਹੇ ਨਿਰੰਜਨ ਪਾਵੇ। ਅੰਜਨ ਦਾ ਮਤਲਬ ਕਾਲਖ, ਨਿਰੰਜਨ ਦਾ ਮਤਲਬ ਕਾਲਖ ਤੋਂ ਰਹਿਤ। ਤਾਂ ਫਿਰ ਮਨੁੱਖ ਕਾਲਖ ਵਿੱਚ ਰਹਿੰਦਾ ਹੋਇਆ ਵੀ ਕਾਲਖ ਤੋਂ ਰਹਿਤ ਪ੍ਰਭੂ ਨੂੰ ਪਾ ਲਵੇਗਾ। ਕਾਲਖ ਦਾ ਮਤਲਬ ਚਾਰ ਚੁਫੇਰੇ ਵਿਕਾਰ ਹੋਣ, ਚਾਰ ਚੁਫੇਰੇ ਵਿਕਾਰਾਂ ਦੀ ਕਾਲਖ ਹੋਵੇ ਤਾਂ ਫਿਰ ਵੀ ਬੰਦਾ ਕਾਲਖ ਤੋਂ ਰਹਿਤ ਜ਼ਿੰਦਗੀ ਜੀ ਸਕਦਾ ਹੈ। ਅਸੀਂ ਕਈ ਵਾਰ ਇਹ ਗੱਲ ਆਮ, ਮੈਂ ਵੀ ਕਹਾਂਗਾ, ਤੁਸੀਂ ਵੀ ਕਹੋਗੇ ਕਿ ਇੱਕ ਬੰਦਾ ਕੀ ਕਰ ਸਕਦਾ? ਕੁਝ ਵੀ ਨਹੀਂ। ਜੇ ਚਾਰ ਚੁਫੇਰੇ ਵਿਕਾਰ ਹੋਣ, ਫਿਰ ਜੇ ਅਗਲਾ ਨਾ ਕਰੇ। ਸਾਡਾ ਇਹ ਸਵਾਲ ਤਾਂ ਸਭ ਤੋਂ ਪਹਿਲਾਂ ਹੁੰਦਾ ਹੈ, ਹਾਂਜੀ ਇਹ ਗੱਲ ਤਾਂ ਠੀਕ ਹੈ, ਪਰ ਜੇ ਅਗਲਾ ਨਾ ਕਰੇ ਫਿਰ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਨਾ ਕਰੇ ਤੇ ਨਾ ਕਰੇ, ਤੁਸੀਂ ਤਾਂ ਕਰ ਸਕਦੇ ਹੋ ਨਾ। ਜੇ ਕੰਡੇ ਕੋਮਲ ਨਹੀਂ ਹੁੰਦੇ ਤਾਂ ਨਾ ਹੋਣ, ਉਹ ਕੰਡੇ ਕੰਡੇ ਰਹਿਣ। ਗੁਲਾਬ ਦਾ ਫੁੱਲ ਤਾਂ ਗੁਲਾਬ ਰਹਿ ਸਕਦਾ ਨਾ। ਛੱਪੜ ਦੇ ਅੰਦਰ ਚਿੱਕੜ ਹੈ, ਗੰਦਗੀ ਹੈ, ਸਾਰੇ ਪਿੰਡ ਦਾ ਗੰਦ ਛੱਪੜ ਦੇ ਵਿੱਚ ਚਲਾ ਗਿਆ ਹੈ, ਤੇ ਕਮਲ ਦਾ ਫੁੱਲ ਤਾਂ ਉੱਥੇ ਕਮਲ ਦਾ ਫੁੱਲ ਬਣ ਕੇ ਖਿੜ ਜਾਂਦਾ ਨਾ, ਉਹ ਤਾਂ ਖਿੜ ਸਕਦਾ ਹੈ। ਚਾਰ ਚੁਫੇਰੇ ਰੂੜੀਆਂ ਦੇ ਢੇਰ ਲੱਗੇ ਨੇ, ਤੇ ਜੇ ਉੱਥੇ ਤੁਸੀਂ ਗੁਲਾਬ ਦੀ ਕਲਮ ਜਾ ਕੇ ਲਗਾ ਦਿਓ ਤਾਂ ਇਹ ਥੋੜੀ ਕਿ ਗੁਲਾਬ ਦੀ ਕਮਲ ਜਿਹੜੀ ਧੂਰਾ ਬਣ ਜਾਏਗੀ ਜਾਂ ਜ਼ਹਿਰ ਬਣ ਕੇ ਉੱਗੇਗੀ ਨਾ। ਉਹਨੇ ਗੁਲਾਬ ਬਣ ਕੇ ਹੀ ਵਧਣਾ ਫੁੱਲਣਾ ਹੈ। ਸਗੋਂ ਉਸ ਰੂੜੀਆਂ ਵਾਲੀ ਜਗ੍ਹਾ ਤੋਂ ਉਹਨੂੰ ਖੁਰਾਕ ਮਿਲੇਗੀ ਤੇ ਉੱਥੇ ਗੁਲਾਬ ਦੇ ਫੁੱਲ ਸਗੋਂ ਹੋਰ ਚੰਗੇ ਹੋਣਗੇ। ਐਸਾ ਹੋ ਸਕਦਾ ਹੈ ਨਾ, ਜੇ ਬੰਦਾ ਇਹਨਾਂ ਚੀਜ਼ਾਂ ਨੂੰ ਤਿਆਗ ਦੇਵੇ
ਤਾਂ ਵਿਕਾਰਾਂ ਰਹਿਤ, ਵਿਕਾਰਾਂ ਵਾਲੇ ਸੰਸਾਰ ਦੇ ਅੰਦਰ ਰਹਿੰਦਿਆਂ ਹੀ ਉਹ ਵਿਕਾਰਾਂ ਤੋਂ ਰਹਿਤ ਪ੍ਰਭੂ ਨੂੰ ਪਾ ਸਕਦਾ ਹੈ। ਭਾਵ ਕਿ ਇਹਨਾਂ ਵਿਕਾਰਾਂ ਤੋਂ ਬਚ ਕੇ ਬੰਦਾ ਵਿਕਾਰਾਂ ਤੋਂ ਰਹਿਤ ਜ਼ਿੰਦਗੀ ਜੀ ਸਕਦਾ ਹੈ। ਹੋਰ ਕੀ ਕਰੇ? ਤਜ ਮਾਨ ਅਭਿਮਾਨ ਪ੍ਰੀਤ ਸੁਖ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੇ। ਬਹੁਤੇ ਵੀਰ ਪਾਠ ਕਰਦਿਆਂ ਪੜ ਜਾਂਦੇ ਨੇ ਤਜ ਪਿਆਸ ਆਸ ਰਾਮ ਲਿਵ ਲਾਵੇ। ਇਸ ਤਰ੍ਹਾਂ ਨਹੀਂ, ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਅਹੰਕਾਰ ਦੂਰ ਕਰਕੇ, ਸੁਤ ਦਾ ਮਤਲਬ ਪੁੱਤਰ ਯਾਨੀ ਔਲਾਦ, ਦਾਰਾ ਦਾ ਮਤਲਬ ਇਸਤਰੀ। ਹੁਣ ਇੱਥੇ ਪ੍ਰੀਤ ਲਿਖਿਆ ਨਾ, ਪ੍ਰੀਤ ਸੁਤ ਦਾਰਾ, ਕਿ ਧੀਆਂ ਪੁੱਤਰਾਂ ਔਰ ਇਸਤਰੀ ਦਾ ਪਿਆਰ ਛੱਡੇ। ਇੱਥੇ ਪ੍ਰੀਤ ਦਾ ਮਤਲਬ ਹੈ ਮੋਹ। ਸਭ ਤੋਂ ਪਹਿਲਾਂ ਬੰਦਾ ਅਭਿਮਾਨ ਅਹੰਕਾਰ ਨੂੰ ਤਿਆਗ ਕਰੇ, ਸੁਪਰੀਓਰਿਟੀ ਕੰਪਲੈਕਸ ਔਰ ਇਨਫੀਰੀਓਰਿਟੀ ਕੰਪਲੈਕਸ ਨੂੰ ਦੂਰ ਕਰੇ। ਫਿਰ ਪ੍ਰੀਤ ਦਾ ਮਤਲਬ ਇੱਥੇ ਹੈ ਮੋਹ, ਔਲਾਦ ਔਰ ਇਸਤਰੀ ਦੇ ਮੋਹ ਨੂੰ ਛੱਡੇ। ਦੇਖੋ, ਮੋਹ ਵਿੱਚ ਔਰ ਪਿਆਰ ਵਿੱਚ ਬਹੁਤ ਫਰਕ ਹੈ। ਇੱਕ ਤੇ ਹੈ ਪਿਆਰ। ਜੇ ਅਸੀਂ ਆਪਣੀ ਔਰਤ ਨਾਲ ਪਿਆਰ ਕਰਦੇ ਹਾਂ, ਆਪਣੀਆਂ ਧੀਆਂ ਪੁੱਤਰਾਂ ਦੇ ਨਾਲ ਪਿਆਰ ਕਰਦੇ ਹਾਂ, ਤਾਂ ਉਹਨਾਂ ਨੂੰ ਗਲਤ ਸਿੱਖਿਆ ਨਹੀਂ ਦੇਵਾਂਗੇ, ਪਹਿਲੀ ਗੱਲ। ਤੇ ਦੂਜੀ ਗੱਲ, ਕੋਈ ਵੀ ਐਸਾ ਕਰਮ ਨਹੀਂ ਕਰਾਂਗੇ ਜਿਹੜਾ ਉਹਨਾਂ ਸਾਡੇ ਔਲਾਦ ਦਾ ਔਰ ਸਾਡੀ ਔਰਤ ਦਾ ਨੁਕਸਾਨ ਕਰੇ। ਤੇ ਪ੍ਰੀਤ ਦੇ ਵਿੱਚ ਇਹ ਕੁਝ ਹੋਏਗਾ। ਤੇ ਮੋਹ ਦੇ ਵਿੱਚ ਕੀ ਹੋਏਗਾ? ਮੋਹ ਦੇ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਔਰ ਔਰਤ ਨੂੰ ਕੋਈ ਗਲਤ ਸਿੱਖਿਆ ਵੀ ਦੇ ਸਕਦੇ ਹਾਂ ਕਿ ਉਹ ਬੀਬੀ ਗੁਆਂਢਣ ਤੇਰੀ ਸਹੇਲੀ ਹੈ, ਉਹਦੇ ਕੋਲ ਇੰਨੇ ਪੈਸੇ ਨੇ, ਥੋੜਾ ਇਮੋਸ਼ਨਲ ਬਲੈਕਮੇਲ ਕਰ ਲੈ ਕੋਈ 10,000 ਤੇ ਮਾਰ ਦੇਵਾਂਗੇ, ਬਾਅਦ ਵਿੱਚ ਉਹਦੇ ਨਾਲ ਤੇਰੇ ਗਹਿਣੇ ਆ ਜਾਣਗੇ, ਕੁਛ ਆ ਜਾਏਗਾ। ਬੱਚਿਆਂ ਨੂੰ ਅਸੀਂ ਮੋਹ ਦੇ ਕਾਰਨ ਗਲਤ ਸਿੱਖਿਆ ਦੇ ਸਕਦੇ ਹਾਂ, ਪਹਿਲੀ ਗੱਲ। ਦੂਜੀ ਗੱਲ ਹੈ, ਮੋਹ ਦੇ ਕਾਰਨ ਆਪਣੀ ਔਰਤ, ਆਪਣੇ ਬੱਚਿਆਂ ਵਾਸਤੇ, ਉਹਨਾਂ ਨੂੰ ਸੁੱਖ ਦੇਣ ਲਈ ਅਸੀਂ ਕਿਸੇ ਦੀ ਔਰਤ ਜਾਂ ਕਿਸੇ ਦੇ ਬੱਚਿਆਂ ਦਾ ਨੁਕਸਾਨ ਕਰ ਸਕਦੇ ਹਾਂ, ਕਿਸੇ ਦਾ ਅਸੀਂ ਹੱਕ ਖੋਹ ਸਕਦੇ ਹਾਂ। ਜਿਵੇਂ ਆ ਲੋਕ ਕਰਦੇ ਨੇ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਕਿਉਂ ਨੇ? ਮੋਹ ਹੈ ਨਾ ਆਪਣੇ ਪਰਿਵਾਰ ਦਾ। ਕਿਸੇ ਨੂੰ ਉਜਾੜ ਕੇ ਆਪਣੇ ਪਰਿਵਾਰ ਨੂੰ ਵਸਾਣਾ, ਕਿਸੇ ਨੂੰ ਹੰਝੂਆਂ ਕੀਰਨਿਆਂ ਦੇ ਸਾਗਰ ਵਿੱਚ ਧੱਕਾ ਦੇ ਕੇ ਆਪਣੇ ਵਾਸਤੇ ਹਾਸੇ ਖੇੜੇ ਲੱਭਣੇ, ਕਿਸੇ ਦੇ ਰਾਹਾਂ ਵਿੱਚ ਕੰਡੇ ਬੀਜ ਕੇ ਆਪਣੇ ਰਾਹਾਂ ਵਿੱਚ ਫੁੱਲ ਖਿਲਾਣੇ। ਫਿਰ ਬੰਦਾ ਐਸਾ ਨਹੀਂ ਕਰੇਗਾ। ਇੱਥੇ ਉਸ ਗੱਲ ਦੀ ਗੱਲ ਕੀਤੀ ਜਾ ਰਹੀ ਹੈ, ਪਿਆਰ ਦੀ ਗੱਲ ਨਹੀਂ। ਪਿਆਰ ਤੁਸੀਂ ਕਰਨਾ ਹੈ ਆਪਣੇ ਬੱਚਿਆਂ ਨਾਲ, ਔਰਤ ਨਾਲ, ਪਤੀ ਨਾਲ, ਜੋ ਰਿਸ਼ਤੇਦਾਰ ਸੱਜਣ ਮਿੱਤਰ ਨੇ, ਜਾਂ ਵਨਸਪਤੀ ਹੈ, ਸੰਸਾਰ ਹੈ, ਪਿਆਰ ਕਰਨਾ ਹੈ, ਕਿਉਂਕਿ ਹਰ ਇੱਕ ਦੇ ਵਿੱਚ ਰੱਬ ਵਸਦਾ ਹੈ ਨਾ। ਗੱਲ ਇੱਥੇ ਮੋਹ ਦੀ। ਤਜ ਪਿਆਸ ਆਸ, ਪਿਆਸ ਆਸ ਦਾ ਮਤਲਬ ਜਿੰਨੀਆਂ ਵੀ ਤ੍ਰਿਸ਼ਨਾ ਦੀਆਂ ਆਸ਼ਾਵਾਂ ਨੇ, ਵਿਕਾਰ ਨੇ, ਤ੍ਰਿਸ਼ਨਾਵਾਂ ਨੇ, ਇਹਨਾਂ ਨੂੰ ਛੱਡੇ। ਰਾਮ ਦੇ ਲਿਵ ਲਾਵੇ। ਲਿਵ ਦਾ ਮਤਲਬ ਲਗਨ, ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ ਕਣ ਕਣ ਦੇ ਵਿੱਚ, ਜੋ ਕਣ ਕਣ ਦੇ ਅੰਦਰ ਰਮਿਆ ਹੋਇਆ ਹੈ ਨਾ, ਉਹਦੇ ਨਾਲ ਆਪਣੀ ਲਗਨ ਲਾਏ, ਉਹਦੇ ਨਾਲ ਆਪਣੀ ਪ੍ਰੀਤ ਪਾਏ। ਯਾਨੀ ਫਿਰ ਜਦੋਂ ਰਾਮ ਦੇ ਨਾਲ ਲਿਵ ਲਾਏਗਾ ਨਾ, ਰਮੇ ਹੋਏ ਦੇ ਵਿੱਚ, ਤਾਂ ਫਿਰ ਉਹਨੂੰ ਦੂਜਿਆਂ ਦੀਆਂ ਇਸਤਰੀਆਂ, ਦੂਜਿਆਂ ਦੇ ਪੁੱਤਰ, ਦੂਜਿਆਂ ਦੇ ਪਿਤਾ, ਦੂਜਿਆਂ ਲੋਕਾਂ ਵਿੱਚ ਵੀ ਰੱਬ ਦਿਸੇਗਾ। ਤੇ ਉਹਨਾਂ ਦੇ ਨਾਲ ਵੀ ਉਹ ਪਿਆਰ ਵਾਲਾ ਵਰਤਾਵ ਕਰੇਗਾ, ਸੇਵਾ ਵਾਲਾ ਵਰਤਾਵ ਕਰੇਗਾ। ਇਸ ਲਈ ਰੱਬੀ ਗੁਣਾਂ ਦੇ ਨਾਲ ਪ੍ਰੀਤ ਲਾਏ, ਔਰ ਇਹ ਜਿਹੜੇ ਮਾੜੀਆਂ ਚੀਜ਼ਾਂ ਨੇ, ਅਭਿਮਾਨ ਹੈ, ਝੂਠ ਹੈ, ਜਾਂ ਔਲਾਦ ਦਾ ਮੋਹ ਹੈ, ਇਹਨਾਂ ਦਾ ਤਿਆਗ ਕਰੇ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੇ। ਸਾਚ ਸ਼ਬਦ ਦਾ ਮਤਲਬ ਸੱਚੇ ਸ਼ਬਦ ਦੇ ਰਾਹੀਂ, ਹਰ ਨਾਮ ਦਾ ਮਤਲਬ ਰੱਬ। ਇੱਥੇ ਨਾਮ ਦਾ ਮਤਲਬ ਰੱਬ, ਰੱਬ ਦੇ ਅੰਦਰ ਸਮਾ ਜਾਏਗਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਾਨਕ, ਸਦਾ ਸਥਿਰ ਰਹਿਣ ਵਾਲਾ ਪ੍ਰਭੂ ਉਹਦੇ ਮਨ ਦੇ ਅੰਦਰ ਵਸ ਜਾਏਗਾ। ਸਾਚਾ ਮਨ ਵਸੇ, ਜਿਹੜਾ ਐਵੇਂ ਦੀ ਜ਼ਿੰਦਗੀ ਜੀਵੇਗਾ, ਉਹਦੇ ਮਨ ਵਿੱਚ ਪ੍ਰਭੂ ਵਸੇਗਾ। ਸਾਚ ਸ਼ਬਦ, ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ, ਨਾਮ ਦੇ ਵਿੱਚ ਹੀ ਬੰਦਾ ਸਮਾ ਜਾਏਗਾ, ਰੱਬੀ ਗੁਣਾਂ ਦੇ ਵਿੱਚ ਹੀ ਲੀਨ ਹੋ ਜਾਏਗਾ, ਰੱਬ ਦਾ ਹੀ ਰੂਪ ਹੋ ਜਾਏਗਾ। ਜਿਸ ਨੂੰ ਪਾਵਨ ਬਾਣੀ ਵਿੱਚ ਇਸ ਤਰ੍ਹਾਂ ਕਹਿ ਕੇ ਬਿਆਨ ਕੀਤਾ ਗਿਆ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ।
ਜਿਸ ਨੂੰ ਭਗਤ ਕਬੀਰ ਜੀ ਨੇ ਇਹਨਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਤਾਂ ਉਹ ਇਨਸਾਨ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਏਗਾ, ਰੱਬੀ ਗੁਣਾਂ ਦੇ ਅੰਦਰ ਸਮਾ ਜਾਏਗਾ ਗੁਰੂ ਦੇ ਸ਼ਬਦ ਰਾਹੀਂ। ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਜੇ ਉਸ ਨੂੰ ਅਪਣਾ ਲਿਆ ਜਾਏ, ਸੱਚਾ ਪ੍ਰਭੂ, ਸੱਚੇ ਪ੍ਰਭੂ ਦੇ ਗੁਣ ਮਨ ਵਿੱਚ ਵਸ ਜਾਣਗੇ ਤੇ ਸਾਡੀ ਜੋ ਸੁਰਤ ਹੈ ਸਦਾ ਵਾਸਤੇ ਉਹਦੇ ਅੰਦਰ ਹੀ ਸਮਾ ਜਾਏਗੀ। ਤੇ ਐਸਾ ਇਨਸਾਨ ਹੀ ਸੱਚਾ ਧਰਮੀ ਅਖਵਾ ਸਕਦਾ ਹੈ, ਐਸਾ ਇਨਸਾਨ ਹੀ ਰੱਬ ਦਾ ਪਿਆਰਾ ਅਖਵਾ ਸਕਦਾ ਹੈ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਇਹਨੂੰ ਰੈਤ ਨਹੀਂ ਪੜਨਾ, ਰਈਅਤ। ਇਹਦਾ ਉਚਾਰਨ ਇਸ ਤਰ੍ਹਾਂ ਹੋਵੇਗਾ ਜਿਵੇਂ ਰਾਰਾ ਈੜੀ ਨਾਲ ਬਿਹਾਰੀ, ਐੜਾ ਔਰ ਤੱਤਾ, ਰਾਰੇ ਤੇ ਅੱਧਕ, ਰਈਅਤ। ਇੱਥੇ ਰਾਰੇ ਤੇ ਅੱਧਕ ਲਗਾ ਦੇਣਾ, ਰਈਅਤ। ਰਈਅਤ ਦਾ ਮਤਲਬ ਪਰਜਾ, ਸਿਕਦਾਰ ਦਾ ਮਤਲਬ ਚੌਧਰੀ, ਸਰਦਾਰ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ। ਚਾਹੇ ਰਾਜੇ ਨੇ ਜਾਂ ਪਰਜਾ ਹੈ ਜਾਂ ਕੋਈ ਸਿਕਦਾਰ ਚੌਧਰੀ ਹੈ, ਕੋਈ ਨਾ ਰਹਿਸੀਓ ਦਾ ਮਤਲਬ ਇਸ ਦੁਨੀਆ ਤੇ ਕੋਈ ਵੀ ਨਹੀਂ ਰਹੇਗਾ। ਆਖਿਰ ਰਾਜੇ ਨੇ ਵੀ ਮਰ ਜਾਣਾ ਹੈ, ਪਰਜਾ ਨੇ ਵੀ ਮਰਨਾ ਹੈ, ਚੌਧਰੀ ਨੇ ਵੀ ਮਰਨਾ ਹੈ, ਤੇ ਦੁਨੀਆ ਦੇ ਉੱਤੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ। ਸਰੀਰ ਕਰਕੇ ਸਾਰਿਆਂ ਦੀ ਮੌਤ ਹੋ ਜਾਣੀ। ਤਾਂ ਜਦੋਂ ਮੌਤ ਹੋ ਹੀ ਜਾਣੀ ਹੈ ਤਾਂ ਫਿਰ ਦੂਜਿਆਂ ਦੇ ਉੱਤੇ ਅਤਿਆਚਾਰ ਕਿਉਂ, ਦੂਜਿਆਂ ਦੇ ਨਾਲ ਈਰਖਾ ਕਿਉਂ, ਕਿਸੇ ਨੂੰ ਨੀਵਾਂ ਕਿਉਂ ਵਿਖਾਣਾ, ਕਿਸੇ ਦੀਆਂ ਸ਼ੁਭ ਭਾਵਨਾਵਾਂ ਨੂੰ ਆਹਤ ਕਿਉਂ ਕਰਨਾ, ਔਰ ਚੰਦ ਦਿਨ ਦੀ ਜ਼ਿੰਦਗੀ ਵਾਸਤੇ ਈਰਖਾ, ਦਵੇਸ਼, ਵੈਰ, ਵਿਰੋਧ ਦੀ ਜ਼ਿੰਦਗੀ ਕਿਉਂ ਸਹੇੜਨੀ। ਹੁਣ ਸਪੋਜ਼ ਸਾਨੂੰ ਪਤਾ ਲੱਗੇ ਕਿ ਅੱਜ ਹੁਣ ਇਸ ਟਾਈਮ 2 ਵਜੇ ਨੇ, ਤੇ ਜੇ ਪਤਾ ਲੱਗ ਜਾਏ ਹੁਣ ਮੈਨੂੰ ਜਾਂ ਤੁਹਾਨੂੰ, ਸਾਡੇ ਵਿੱਚੋਂ ਕਿਸੇ ਨੂੰ ਕਿ 4 ਵਜੇ 2 ਘੰਟੇ ਬਾਅਦ ਮੈਂ ਮਰ ਜਾਣਾ, ਮੇਰੀ ਮੌਤ ਹੋ ਜਾਣੀ, ਤੇ ਇਹਨਾਂ 2 ਘੰਟਿਆਂ ਵਿੱਚ ਕੀ ਕਰਨਾ ਚਾਹੋਗੇ? 2 ਘੰਟੇ ਬਾਕੀ ਨੇ, ਜੇ ਪਤਾ ਲੱਗ ਜਾਏ ਕਿ 2 ਘੰਟੇ ਬਾਅਦ ਮਰ ਜਾਣਾ ਹੈ ਤਾਂ ਫਿਰ ਕੀ ਕਰਨਾ ਚਾਹੋਗੇ? ਕਿਸੇ ਨੂੰ ਲੁੱਟਣਾ ਚਾਹੋਗੇ, ਜਾਂ ਕਿਸੇ ਨਾਲ ਵੈਰ ਕਮਾਉਣਾ ਚਾਹੋਗੇ, ਜਾਂ ਚੋਰੀ ਕਰਨਾ ਚਾਹੋਗੇ, ਜਾਂ ਕੋਈ ਜ਼ਮੀਨ ਜਾਇਦਾਦ ਖਰੀਦਣਾ ਚਾਹੋਗੇ? ਫਿਰ ਤਾਂ ਇਹੀ ਹੋਏਗਾ ਨਾ ਕਿ ਯਾਰ ਫਲਾਂ ਬੰਦੇ ਤੋਂ ਮੈਂ ਨਾ ਗਲਤ ਹੋਇਆ ਸੀ ਤੇ ਮੈਂ ਉਹ ਮੁਆਫੀ ਮੰਗ ਲਵਾਂ। ਫਿਰ ਬੰਦਾ 2 ਘੰਟਿਆਂ ਦੇ ਵਿੱਚ ਕੀ ਕਰਨਾ ਚਾਹੇਗਾ? ਕੁਝ ਵੀ ਨਹੀਂ। ਕੋਈ ਈਰਖਾ, ਦਵੇਸ਼, ਵੈਰ, ਵਿਰੋਧ ਨਹੀਂ, ਸਗੋਂ ਜੇ ਕੋਈ ਗਲਤੀ ਹੋਈ ਹੈ ਤੇ ਉਹਦੇ ਤੋਂ ਮੁਆਫੀ ਮੰਗਣਾ ਚਾਹੇਗਾ ਕਿ ਸਾਰਾ ਕੁਝ ਛੁੱਟ ਜਾਣਾ ਹੈ। ਫਿਰ ਇਹਨੂੰ ਯਾਦ ਆਏਗਾ ਕਿ ਮੈਂ ਫਲਾਂ ਬੰਦੇ ਨਾਲ ਵੀ ਮਾੜਾ ਕੀਤਾ, ਫਲਾਂ ਨਾਲ ਮਾੜਾ, ਮੈਨੂੰ ਐਵੇਂ ਨਹੀਂ ਸੀ ਕਰਨਾ ਚਾਹੀਦਾ। ਪਛਤਾਵਾ ਪੱਲੇ ਪੈਗਾ ਨਾ ਕਿ ਮੈਂ ਇੰਨੇ ਸਾਰੇ ਰਿਸ਼ਤੇ 4 ਪੈਸਿਆਂ ਕਰਕੇ ਗਵਾ ਲਏ, 10,000 ਰੁਪਇਆ ਮੈਂ ਉਹਦਾ ਦਿੱਤਾ ਨਹੀਂ, ਕਿੰਨਾ ਮੇਰਾ ਪਿਆਰਾ ਮਿੱਤਰ ਸੀ ਤੇ ਉਹਦੇ ਨਾਲ ਮੇਰੀ ਅਣਬਣ ਰਹਿ ਗਈ, ਤੇ ਹੁਣ ਸਾਰੀ ਬਾਅਦ ਦੇ ਵਿੱਚ ਵੀ ਮੇਰੀ ਮਿੱਟੀ ਪਲੀਤ ਹੁੰਦੀ ਰਹੇਗੀ। ਪਛਤਾਵਾ ਹੀ ਹੋਏਗਾ ਨਾ। ਇਸ ਲਈ ਐਸੇ ਕਰਮ ਨਾ ਕਰੋ ਕਿ ਜ਼ਿੰਦਗੀ ਦੇ ਅੰਦਰ ਪਛਤਾਵਾ ਹੋਵੇ। ਤਾਂ ਸਿਆਣਿਆਂ ਨੇ ਬਹੁਤ ਪਿਆਰ ਨਾਲ ਸਮਝਾਇਆ ਕਿ ਮੌਤ ਕਿਸੇ ਨੂੰ ਮੁਆਫੀ ਮੰਗਣ ਦਾ ਸਮਾਂ ਨਹੀਂ ਦਿੰਦੀ। ਮੌਤ ਕਿਸੇ ਨੂੰ ਮੁਆਫੀ ਮੰਗਣ ਦਾ ਸਮਾਂ ਨਹੀਂ ਦਿੰਦੀ। ਇਸ ਲਈ ਕੋਈ ਐਸੇ ਕਰਮ ਨਾ ਕਰੋ ਜਿਹੜੇ ਪਛਤਾਵਾ ਹੀ ਜ਼ਿੰਦਗੀ ਦੇ ਅੰਦਰ ਲੈ ਕੇ ਜਾਣਾ ਪਵੇ, ਕਦੋਂ ਮੌਤ ਆ ਜਾਏ। ਇਸ ਲਈ ਸਿਆਣੇ ਕਹਿੰਦੇ ਨੇ, ਚੰਗੇ ਮਿੱਠੇ ਪਿਆਰੇ ਬੋਲ ਬੋਲੋ, ਕੀ ਪਤਾ ਇਹ ਬੋਲ ਤੁਹਾਡੇ ਆਖਰੀ ਬੋਲ ਹੋਣ ਤੇ ਉਹ ਆਖਰੀ ਬੋਲ ਕਿਸੇ ਦੇ ਉੱਤੇ ਕੈਸਾ ਪ੍ਰਭਾਵ ਛੱਡ ਜਾਣ। ਇਸ ਲਈ ਚੰਗੇ ਕੰਮ ਕਰੋ, ਕੀ ਪਤਾ ਜਿਹੜਾ ਅੱਜ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਆਖਰੀ ਕੰਮ ਹੋਵੇ। ਚੰਗੇ ਕੰਮ ਕਰ ਲਓ। ਹੁਣ ਆ ਕਲਾਸ ਲਗਾ ਰਹੇ ਆ ਤਾਂ ਕੀ ਪਤਾ ਮੇਰੀ ਆਖਰੀ ਕਲਾਸ ਹੋਵੇ, ਕੱਲ ਤੱਕ ਮੈਂ ਰਹਾ ਹੀ ਨਾ। ਤਾਂ ਇਸ ਲਈ ਚੰਗਾ ਮੈਨੂੰ ਬੋਲਣਾ ਚਾਹੀਦਾ ਨਾ, ਚੰਗਾ ਕਰਨਾ ਚਾਹੀਦਾ। ਤਾਂ ਗੁਰੂ ਜੀ ਕਹਿੰਦੇ ਨੇ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹਟ ਪੱਟਣ ਬਾਜ਼ਾਰ ਹੁਕਮੀ ਤਹਿਸੀਓ। ਪਟਨ ਦਾ ਮਤਲਬ ਹੁੰਦਾ ਹੈ ਸ਼ਹਿਰ, ਹਟ ਦਾ ਮਤਲਬ ਹੱਟੀਆਂ, ਹੱਟੀਆਂ, ਸ਼ਹਿਰ, ਬਾਜ਼ਾਰ। ਹੁਕਮੀ ਤਹਿਸੀਓ ਦਾ ਮਤਲਬ ਪ੍ਰਭੂ ਦੇ ਹੁਕਮ ਵਿੱਚ ਢਹਿ ਜਾਣਗੇ। ਹੁਣ ਇੱਥੇ ਢਹਿ ਜਾਣ ਦਾ ਮਤਲਬ ਇਹ ਨਹੀਂ ਕਿ ਇੱਟਾਂ ਡਿੱਗ ਜਾਣਗੀਆਂ ਜਾਂ ਭੂਚਾਲ ਆ ਜਾਏਗਾ। ਇਹਦਾ ਮਤਲਬ ਹੈ ਕਿ ਇਹ ਨਾਸ਼ਮਾਨ ਨੇ ਸਾਰੇ, ਇਹ ਸਦਾ ਰਹਿਣ ਵਾਲੇ ਨਹੀਂ। ਨਾ ਬਾਜ਼ਾਰ ਸਦਾ ਰਹਿਣੇ ਨੇ, ਨਾ ਹੱਟੀਆਂ ਸਦਾ ਰਹਿਣੀਆਂ ਨੇ, ਕਿਉਂਕਿ ਹਰ ਚੀਜ਼ ਨਾਸ਼ਮਾਨ ਹੈ। ਜਿਹੜੀ ਚੀਜ਼ ਅੱਜ ਬਣੀ ਹੈ ਉਹਨੇ ਖਤਮ ਹੋਣਾ ਹੈ। ਹਰ ਚੀਜ਼ ਦੀ ਬੁਨਿਆਦ ਹੈ। ਜੇ ਬਹੁਤ ਮਜ਼ਬੂਤ ਮਕਾਨ ਵੀ ਬਣਾਇਆ ਹੈ
ਤਾਂ ਆਖਿਰ ਉਹਦੀ ਮੁਨਿਆਦ ਕਿੰਨੀ ਕੁ ਹੋਏਗੀ? 500 ਸਾਲ ਹੋ ਜਾਏਗੀ, 700 ਸਾਲ ਹੋ ਜਾਏਗੀ, ਹੋਰ ਜ਼ਿਆਦਾ ਹੋ ਜਾਏਗੀ। ਆਖਿਰ ਢਵੇਗਾ ਤੇ ਸਹੀ। ਤਾਂ ਕਹਿਣ ਦਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨਾਸ਼ਮਾਨ ਨੇ। ਤਾਂ ਜਦੋਂ ਨਾਸ਼ਮਾਨ ਨੇ, ਫਿਰ ਹੱਟੀਆਂ, ਬਾਜ਼ਾਰ ਤੇ ਇਹਨਾਂ ਦੇ ਚੱਕਰ ਦੇ ਵਿੱਚ ਵਿਸ਼ੇ ਵਿਕਾਰ ਕਿਉਂ? ਪਾਪ ਕਿਉਂ? ਅਪਰਾਧ ਕਿਉਂ? ਨਾਸ਼ਮਾਨ ਨੇ ਨਾ ਹਰ ਚੀਜ਼ਾਂ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਬੰਕ ਦਾ ਮਤਲਬ ਬੰਕੇ, ਬਾਂਕੇ, ਸੋਹਣੇ ਸੋਹਣੇ ਪੱਕੇ ਘਰ ਤੇ ਸੋਹਣੇ ਪੱਕੇ ਘਰਾਂ ਦੇ ਦਰਵਾਜ਼ੇ, ਦੁਆਰ। ਮੂਰਖ ਜਾਣੇ ਆਪਣੇ, ਜੋ ਮੂਰਖ ਮਨੁੱਖ ਹੈ ਆਪਣੇ ਸਮਝਦਾ ਹੈ। ਹੁਣ ਇਹਦਾ ਭਾਵ ਇਹ ਨਹੀਂ ਕਿ ਆਪਣੇ ਘਰ ਨੂੰ ਅਸੀਂ ਬੇਗਾਨਾ ਸਮਝ ਲਈਏ, ਤੇ ਜੇ ਕੋਈ ਪੁੱਛਿਆ ਘਰ ਕਿਹਦਾ ਤਾਂ ਅਸੀਂ ਕਹੀਏ ਤੇ ਫਲਾਂ ਬੰਦੇ ਦਾ ਘਰ ਹੈ। ਗੱਲ ਇਹ ਨਹੀਂ ਹੈ ਇੱਥੇ। ਆਪਣੇ ਦਾ ਮਤਲਬ ਹੈ ਕਿ ਸदैवी, ਕਿ ਇਹ ਸਦਾ ਵਾਸਤੇ ਮੇਰਾ ਹੈ। ਆ ਸੁੰਦਰ ਦਰਵਾਜ਼ੇ, ਸੁੰਦਰ ਗੇਟ, ਸੋਹਣਾ ਘਰ, ਇਹ ਸਦਾ ਵਾਸਤੇ ਮੇਰਾ ਹੈ। ਐਸਾ ਨਹੀਂ ਹੈ, ਸਦਾ ਵਾਸਤੇ ਨਹੀਂ ਹੈ। ਕੋਈ ਐਸਾ ਜ਼ਲਜ਼ਲਾ ਆ ਸਕਦਾ ਹੈ ਕਿ ਘਰ ਡਿੱਗ ਜਾਏ, ਤੇ ਇਹ ਵੀ ਹੋ ਸਕਦਾ ਹੈ ਕਿ ਘਰ ਤੇ ਬੜਾ ਮਜ਼ਬੂਤ ਹੋਵੇ, 400-500 ਸਾਲ ਉਹਦੀ ਬੁਨਿਆਦ ਹੋਵੇ, ਲੇਕਿਨ ਮੈਂ ਤੇ 400-500 ਸਾਲ ਨਹੀਂ ਨਾ ਰਹਿਣਾ। ਹੋ ਸਕਦਾ ਹੈ ਕੱਲ ਨੂੰ ਮੈਂ ਚਲਾਣੇ ਕਰ ਜਾਵਾਂ। ਤਾਂ ਸदैवी ਸੰਬੰਧ ਇਹਨਾਂ ਦੇ ਨਾਲ ਨਹੀਂ ਹੈ। ਤਾਂ ਇੱਥੇ ਨਿਰਾਸ਼ਾ ਨਹੀਂ ਪੈਦਾ ਕੀਤੀ ਜਾ ਰਹੀ। ਇਹ ਖਾਸ ਖਿਆਲ ਰੱਖਣਾ ਹੈ ਕਿ ਨਿਰਾਸ਼ਾਵਾਦੀ ਨਹੀਂ ਬਣਾਇਆ ਜਾ ਰਿਹਾ, ਸਗੋਂ ਚੰਗੇ ਜੀਵਨ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਸਦਾ ਵਾਸਤੇ ਸਾਡੇ ਨਹੀਂ ਹਨ, ਅਸਾਂ ਇੱਥੇ ਸਦਾ ਵਾਸਤੇ ਨਹੀਂ ਬਹਿ ਰਹਿਣਾ। ਤਾਂ ਫਿਰ ਚੰਦ ਦਿਨ ਵਾਸਤੇ ਸੋਹਣੇ ਘਰ ਬਣਾਉਣ ਲਈ ਠੱਗੀਆਂ ਨਾ ਮਾਰ, ਬੇਈਮਾਨੀਆਂ ਨਾ ਕਰ, ਹੰਕਾਰ ਨਾ ਕਰ। ਹੰਕਾਰ ਕਾਹਦਾ? ਜੇ ਤਾਂ ਤੂੰ ਸਦਾ ਇਸ ਘਰ ਵਿੱਚ ਰਹਿਣਾ ਹੋਏ ਫਿਰ ਤੇ ਹੰਕਾਰ ਹੈ। ਪਰ ਇੱਥੇ ਤਾਂ ਉੱਪਰ ਜਾਮੇ ਘਾਸ ਵਾਲੀ ਅਵਸਥਾ ਹੈ ਨਾ। ਜੇ ਤੇ ਤੂੰ ਇੰਡੀਆ ਵਿੱਚ ਹੋਇਆ, ਕਿਸੇ ਪਿੰਡ ਵਿੱਚ, ਫਿਰ ਤਾਂ ਉੱਥੇ ਲੱਕੜਾਂ ਨਾਲ ਉਹਨਾਂ ਸਾੜ ਦੇਣਾ, ਪਾਥੀਆਂ ਲਾ ਦੇਣੀਆਂ ਨੇ ਚਫੇਰੇ। ਤੇ ਜੇ ਕਿਸੇ ਸ਼ਹਿਰ ਵਿੱਚ ਹੋਏਗਾ ਤਾਂ ਡੱਬੇ ਚ ਪਾ ਕੇ ਉਹਦੇ ਚ ਪਾ ਦੇਣਗੇ ਮਸ਼ੀਨ ਤੇ, ਬਟਨ ਦੱਬ ਦੇਣਗੇ। ਆਖਰ ਹਾਲ ਤਾਂ ਇਹੀ ਹੋਣਾ ਹੈ ਨਾ। ਇਸ ਲਈ ਨਾਸ਼ਮਾਨ ਨੇ ਤਾਂ ਫਿਰ 4 ਦਿਨ ਦੀ ਜ਼ਿੰਦਗੀ ਚੱਜ ਨਾਲ ਜੀ ਲਓ, ਖੁਸ਼ੀਆਂ ਦੇ ਨਾਲ, ਖੇੜੇ ਦੇ ਨਾਲ, ਪ੍ਰਸੰਨਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ, ਪਿਆਰ ਮੁਹੱਬਤ ਦੇ ਨਾਲ। ਵਿਸ਼ੇ ਵਿਕਾਰ, ਪਾਪ, ਅਪਰਾਧ 4 ਦਿਨ ਦੀ ਜ਼ਿੰਦਗੀ ਵਾਸਤੇ ਨਾ ਕਮਾਓ। ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਖਣੇ ਦਾ ਮਤਲਬ ਇੱਕ ਖਿੰਨ ਵਿੱਚ। ਮਨੁੱਖ ਇਹ ਨਹੀਂ ਸਮਝਦਾ, ਦਰਬ ਦਾ ਮਤਲਬ ਧਨ ਦੇ ਨਾਲ, ਰੀਤੇ ਦਾ ਮਤਲਬ ਸਖਣੇ। ਪਰ ਇਹ ਨਹੀਂ ਜਾਣਦਾ ਕਿ ਧਨ ਦੇ ਨਾਲ ਭਰੇ ਹੋਏ ਖਜ਼ਾਨੇ ਇੱਕ ਪਲ ਵਿੱਚ ਹੀ ਖਾਲੀ ਹੋ ਜਾਂਦੇ ਨੇ। ਇੱਕ ਪਲ ਵਿੱਚ ਭਰੇ ਹੋਏ ਖਜ਼ਾਨੇ ਖਾਲੀ ਹੋ ਜਾਂਦੇ ਨੇ। ਸਦਾ ਧਨ, ਇੱਥੇ ਮਤਲਬ ਇਹ ਹੈ ਕਿ ਧਨ ਵੀ ਜਿਹੜਾ ਹੈ ਉਹ ਸਦਾ ਰਹਿਣ ਵਾਲਾ ਨਹੀਂ ਹੈ। ਧਨ ਵੀ ਸਦਾ ਰਹਿਣ ਵਾਲਾ ਨਹੀਂ। ਕਿੰਨੇ ਐਸੇ ਲੋਕ ਨੇ ਜਿਹੜੇ ਏ ਕਲਾਸ ਤੇ ਅਮੀਰ ਸਨ, ਲੇਕਿਨ ਉਹ ਬੈਂਕ ਕਰਪਟ ਹੋ ਗਏ ਨੇ, ਉਹਨਾਂ ਦੇ ਕੋਲ ਕੁਝ ਵੀ ਨਹੀਂ, ਦਿਵਾਲੀਏ ਹੋ ਗਏ ਨੇ। ਤੇ ਕਈ ਲੋਕ ਐਸੇ ਨੇ ਜੋ ਬਹੁਤ ਗਰੀਬ ਸਨ, ਲੇਕਿਨ ਅੱਜ ਉਹ ਬੜੇ ਵੱਡੇ ਅਮੀਰ ਨੇ। ਯਾਨੀ ਧਨ ਵੀ ਸਥਿਰ ਨਹੀਂ ਹੈ, ਸਦਾ ਨਹੀਂ ਹੈ। ਜੇ ਤੇਰਾ ਧਨ ਨਾਸ਼ਮਾਨ ਹੈ ਤਾਂ ਫਿਰ ਇਸ ਧਨ ਨੂੰ ਕਮਾਉਣ ਲੱਗਿਆ 2 ਨੰਬਰ ਦੇ ਧੰਦੇ ਨਾ ਕਰ। ਸੱਚੀ ਕਿਰਤ, ਸੱਚਾ ਆਚਰਨ, ਉੱਚਾ ਆਦਰਸ਼, ਸੱਚੀ ਸੋਚ ਬਣਾ। ਤਾਜੀ ਰਥ ਤੁਖਾਰ ਹਾਥੀ ਪਾਖਰੇ। ਤਾਜੀ ਦਾ ਮਤਲਬ ਅਰਬੀ ਨਸਲ ਦੇ ਘੋੜੇ। ਤਾਜੀ ਦਾ ਮਤਲਬ ਅਰਬੀ ਨਸਲ ਦੇ ਘੋੜੇ। ਤੁਖਾਰ ਦਾ ਮਤਲਬ ਊਂਟ। ਪਾਖਰੇ ਦਾ ਮਤਲਬ ਹੁੰਦੇ, ਪਲਾਣੇ। ਪਾਖਰੇ ਦਾ ਮਤਲਬ ਹਾਥੀ ਦੇ ਸਰੀਰ ਨੂੰ ਸੱਟਾਂ ਤੋਂ ਬਚਾਉਣ ਲਈ ਇੱਕ ਲੋਹੇ ਦਾ ਝੁੱਲ ਬਣਾਇਆ ਜਾਂਦਾ ਹੈ, ਜਿਹਨੂੰ ਹੌਂਦਾ ਵੀ ਕਹਿੰਦੇ ਨੇ, ਪਲਾਣਾ ਵੀ ਕਹਿ ਦਿੰਦੇ ਨੇ, ਜਿਹਦੇ ਤੋਂ ਹਾਥੀ ਨੂੰ ਬਾਕੀ ਜਿਹੜੀਆਂ ਸੱਟਾਂ ਨੇ ਹਥਿਆਰਾਂ ਦੀਆਂ, ਉਹਨਾਂ ਤੋਂ ਬਚਾਇਆ ਜਾ ਸਕੇ, ਉਹਨੂੰ ਕਹਿ ਦਿੰਦੇ ਨੇ ਪਾਖਰੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਧੀਆ ਘੋੜੇ, ਸੋਹਣੇ ਸੋਹਣੇ ਰਥ, ਊਠ, ਹਾਥੀ ਔਰ ਹੌਂਦੇ, ਜਿਹੜੇ ਹਾਥੀਆਂ ਦੇ ਉੱਤੇ ਹੌਦੇ ਪਾਏ ਹੁੰਦੇ ਨੇ। ਬਾਗ ਮਿਲਖ ਘਰ-ਬਾਰ ਕਿੱਥੈ ਸੇ ਆਪਣੇ। ਇਹਨਾਂ ਸਾਰਿਆਂ ਤੇ ਥੋੜਾ ਥੋੜਾ ਵਿਸ਼ਰਾਮ ਲਾਣਾ ਹੈ। ਬਾਗ, ਮਿਲਖ, ਘਰ-ਬਾਰ ਕਿੱਥੈ ਸੇ ਆਪਣੇ। ਬਾਗ ਜ਼ਮੀਨਾਂ, ਮਿਲਖ ਦਾ ਮਤਲਬ ਜਾਇਦਾਦ, ਬਾਗ ਜ਼ਮੀਨਾਂ
ਘਰ ਘਾਟ, ਘਰ-ਬਾਰ ਦਾ ਮਤਲਬ ਘਰ ਘਾਟ, ਜਿਨ੍ਹਾਂ ਨੂੰ ਮਨੁੱਖ ਆਪਣੇ ਕਹਿੰਦਾ ਹੈ, ਉਹ ਕਿਤੇ ਜਾਂਦੇ ਲੱਭਦੇ ਨਹੀਂ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਾਇਦਾਦ ਨੂੰ ਆਪਣਿਆਂ ਨਹੀਂ ਕਹਿਣਾ। ਗੱਲ ਇੱਥੇ ਇਹ ਸਮਝਾਈ ਜਾ ਰਹੀ ਹੈ ਕਿ ਜਿਨ੍ਹਾਂ ਨੂੰ ਕਹਿੰਦਾ ਹੈ ਕਿ ਇਹ ਘਰ-ਬਾਰ, ਇਹ ਧਨ ਦੌਲਤ, ਜ਼ਮੀਨ ਜਾਇਦਾਦ, ਇਹ ਹਾਥੀ, ਘੋੜੇ, ਊਂਠ, ਫਲਾਣੇ ਜੋ ਵੀ ਇਹ ਸਾਰਾ ਕੁਝ ਮੇਰਾ ਹੈ, ਯਾਨੀ ਇਹ ਸਦਾ ਵਾਸਤੇ ਮੇਰਾ ਹੈ, ਸਮਝ ਲੈਂਦਾ ਹੈ। ਪਰ ਜਦੋਂ ਮਰਦਾ ਹੈ ਉਹ ਕਿੱਥੇ ਚਲੇ ਜਾਂਦੇ ਨੇ? ਕੋਈ ਬੰਦੇ ਦੇ ਨਾਲ ਗਿਆ ਹੈ, ਬੰਦੇ ਦੇ ਨਾਲ ਬੰਦਾ ਕੋਈ ਸ਼ੈ ਨਾਲ ਲੈ ਕੇ ਗਿਆ ਹੈ ਕਿ ਜਾਣ ਲੱਗਾ ਇੱਥੋਂ ਕੁਝ ਲੈ ਜਾਏ। ਸਗੋਂ ਜਿਹੜੀਆਂ ਛਾਪਾਂ ਛੂਪਾਂ ਪਾਈਆਂ ਹੁੰਦੀਆਂ ਨੇ ਲੋਕ, ਉਹ ਵੀ ਲਾ ਲੈਂਦੇ ਨੇ। ਔਰ ਨੂੰਹਾਂ ਇੱਕ ਦੂਜੇ ਨੂੰ ਅਰਕਾਂ ਮਾਰ ਰਹੀਆਂ ਹੁੰਦੀਆਂ ਨੇ। ਬਿੰਦੂ ਬੇਬੇ ਦੇ ਕੋਲ ਖੜਾ ਸੀ ਤੇ ਉਹ ਦਿਸਦਾ ਨਹੀਂ ਪਿਆ, ਬੇਬੇ ਦੇ ਹੱਥ ਵਿੱਚ ਚੂੜੀ ਸੀ। ਬੱਚੇ ਕਹਿ ਰਹੇ ਹੁੰਦੇ ਨੇ ਬਾਪੂ ਦੀ ਜਾਇਦਾਦ ਦੇ ਕਾਗਜ਼ ਕਿੱਥੇ ਨੇ? ਬਾਪੂ ਦੇ ਹੱਥ ਵਿੱਚ ਖੜਾ ਸੀ, ਉਹ ਨਹੀਂ ਦਿਸਦਾ। ਕੋਈ ਪੋਤਰਾ ਕਹਿ ਰਿਹਾ ਹੁੰਦਾ ਹੈ ਬਾਪੂ ਦਾ ਫੋਨ ਮੈਂ ਯੂਜ਼ ਕਰਨਾ। ਦੂਜੀ ਪੋਤਰੀ ਕਹਿ ਰਹੀ ਹੁੰਦੀ ਹੈ ਬਾਪੂ ਦੀ ਛਾਪ ਦੇ ਮੈਂ ਕਾਂਟੇ ਬਣਵਾਵਾਂਗੀ। ਨਾਲ ਦੇ ਨਾਲ ਹੋ ਜਾਂਦਾ ਨਾ ਤਿਆਰ। ਬਾਪੂ ਦਾ ਬੈਂਕ ਕਾਰਡ ਕਿੱਥੇ? ਦੋ ਚੀਜ਼ਾਂ ਨੇ। ਦੇਖੋ, ਬੱਚਾ ਜਦੋਂ ਜੰਮਦਾ ਹੈ ਨਾ, ਇਹਨੂੰ ਘਰੋਂ ਦੋ ਵਾਰੀ ਕੱਪੜੇ ਮਿਲਦੇ ਨੇ। ਪਹਿਲਾ ਕੱਪੜਾ ਲੰਗੋਟ, ਜਦੋਂ ਅਸੀਂ ਜੰਮੇ ਪਹਿਲਾ ਕੱਪੜਾ ਲੰਗੋਟ ਮਿਲਿਆ, ਤੇ ਲੰਗੋਟ ਨੂੰ ਜੇਬ ਨਹੀਂ ਹੁੰਦੀ। ਤੇ ਜਦੋਂ ਇਸ ਦੁਨੀਆ ਤੋਂ ਜਾਣਾ ਹੈ, ਆਖਰੀ ਕੱਪੜਾ ਕਫਨ, ਤੇ ਕਫਨ ਵਿੱਚ ਵੀ ਜੇਬ ਨਹੀਂ ਹੁੰਦੀ। ਬਾਕੀ ਸਾਰਾ ਉਮਰ ਬੰਦਾ ਜੇਬਾਂ ਭਰਨ ਦੇ ਵਿੱਚ ਹੀ ਗੁਜ਼ਾਰ ਦਿੰਦਾ। ਤਾਂ ਇਹਦਾ ਮਤਲਬ ਇਹ ਨਹੀਂ ਕਿ ਕਮਾਈ ਨਹੀਂ ਕਰਨੀ, ਜ਼ਿੰਦਗੀ ਨਹੀਂ ਜੀਣੀ। ਅਸੀਂ ਕਿਰਤ ਕਰਨੀ ਹੈ, ਕਿਰਤ ਕਰਕੇ ਅਸੀਂ ਪੈਸਾ ਕਮਾਉਣਾ ਹੈ। ਉਸ ਪੈਸੇ ਦੇ ਨਾਲ ਅਸੀਂ ਸੁੱਖ ਸਾਧਨ ਪੈਦਾ ਕਰਨੇ ਨੇ, ਬੱਚੇ ਆਪਣੇ ਪੜ੍ਹਾਉਣੇ ਨੇ, ਆਪਣਾ ਗੁਜ਼ਾਰਾ ਕਰਨਾ ਹੈ, ਕਿਸੇ ਦੀ ਹੈਲਪ ਕਰਨੀ ਹੈ। ਬਸ ਗੱਲ ਇਹ ਨਹੀਂ ਹੈ ਕਿ ਸੱਚੀ ਕਿਰਤ ਕਰਨੀ। ਠੱਗੀ, ਬੇਈਮਾਨੀ, ਪਾਪ, ਵਿਕਾਰ ਇਹ ਨਹੀਂ। ਤਾਂ ਬਾਗ, ਮਿਲਕ, ਘਰ-ਬਾਰ ਕਿੱਥੇ ਸੇ ਆਪਣੇ? ਕਿੱਥੇ ਨੇ ਉਹ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਸੀ? ਕਿ ਉਹ ਤੈਨੂੰ ਬਚਾ ਲੈਣਗੇ? ਕੋਈ ਬਾਗ, ਕੋਈ ਹਾਥੀ, ਕੋਈ ਘੋੜਾ, ਕੋਈ ਫੌਜ ਬਚਾ ਸਕਦੀ? ਜਿੰਨੇ ਮਰਜ਼ੀ ਬਾਡੀਗਾਰਡ ਰੱਖ ਲਓ, ਜ਼ੈਡ ਸਿਕਿਉਰਿਟੀ ਤੁਸੀਂ ਲੈ ਲਓ, Z+ ਲੈ ਲਓ ਸਿਕਿਉਰਿਟੀ, ਕਿ ਉਹ ਸਿਕਿਉਰਿਟੀ ਮੌਤ ਤੋਂ ਬਚਾ ਲੇਗੀ? ਬੇਟੇ ਇਸ ਬੰਦੇ ਨਾ 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 ਨਾ, ਇਹਦੇ ਕੋਲ ਤੇ Z ਸਿਕਿਉਰਿਟੀ ਹੈ, Z+ ਸਿਕਿਉਰਿਟੀ ਹੈ, ਇਹਨੂੰ ਹਾਰਟ ਅਟੈਕ ਨਹੀਂ ਹੋਣਾ ਚਾਹੀਦਾ, ਇਹਨੂੰ ਕੈਂਸਰ ਨਹੀਂ ਹੋ ਸਕਦਾ, ਜਾਂ ਇਹਨੂੰ ਸ਼ੂਗਰ ਨਹੀਂ ਹੋ ਸਕਦੀ। ਕਦੀ ਐਸੀ ਹੋ ਸਕਦਾ ਨਹੀਂ ਨਾ। ਤਾਂ ਕਿੱਥੇ ਨੇ ਉਹ? ਤਾਂ ਇਹਦਾ ਮਤਲਬ ਕਿ ਸਾਨੂੰ ਆਤਮਿਕ ਮੌਤ ਤੋਂ ਇਹ ਚੀਜ਼ਾਂ ਨਹੀਂ ਬਚਾ ਸਕਦੀਆਂ। ਤਾਂ ਇਹਦਾ ਭਾਵ ਇਹ ਨਹੀਂ ਕਿ ਤੁਸੀਂ ਚੰਗੀਆਂ ਕਾਰਾਂ ਨਾ ਰੱਖੋ ਜਾਂ ਬਾਗ ਮਿਲਕ ਨਾ ਹੋਣ। ਗੱਲ ਇਹ ਹੈ ਕਿ ਇੱਕ ਈਗੋ, ਹੰਕਾਰ, 2 ਨੰਬਰ ਦੇ ਅੰਦਰ ਧੰਦੇ, ਪਾਪ, ਵਿਕਾਰ, ਇਹਨਾਂ ਨੂੰ ਛੱਡ ਕੇ ਸੱਚ ਨੂੰ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਨੂੰ ਜੀਣ ਦੀ ਪ੍ਰੇਰਨਾ ਗੁਰੂ ਜੀ ਸਾਨੂੰ ਦੇ ਰਹੇ ਨੇ। ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ। ਸਰਾਇਚੇ ਦਾ ਮਤਲਬ ਹੈਗਾ ਕਨਾਤਾਂ। ਸਰਾਇਚੇ ਕਨਾਤਾਂ। ਲਾਲਤੀ ਦਾ ਮਤਲਬ ਅਤਲ ਸੀ, ਕੀਮਯਾਬ, ਯਾਨੀ ਬਹੁਤ ਸੁੰਦਰ। ਤੰਬੂ, ਨਿਵਾਰੀ ਪਲੰਗ, ਔਰ ਬਹੁਤ ਸੁੰਦਰ ਸੁੰਦਰ ਕਨਾਤਾਂ, ਇਹ ਸਾਰੀਆਂ ਸਦਾ ਥਿਰ ਰਹਿਣ ਵਾਲੀਆਂ ਨਹੀਂ ਹਨ। ਨਾਨਕ ਸੱਚ ਦਾਤਾਰ, ਸ਼ਿਨਾਖਤ ਕੁਦਰਤੀ। ਸ਼ਿਨਾਖਤ, ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਸ਼ਿਨਾਖਤ। ਨਾਨਕ ਸੱਚ ਦਾਤਾਰ, ਗੁਰੂ ਜੀ ਕਹਿੰਦੇ ਨੇ ਸਦਾ ਰਹਿਣ ਵਾਲਾ ਸਿਰਫ ਇੱਕੋ ਹੀ ਹੈ ਦਾਤਾ। ਸਦਾ ਥਿਰ ਰਹਿਣ ਵਾਲਾ ਕੇਵਲ ਇੱਕ ਰੱਬ ਹੀ ਹੈ। ਰੱਬ ਦਾ ਸਿਸਟਮ ਹੈ, ਰੱਬੀ ਹੁਕਮ ਹੈ, ਰੱਬੀ ਗੁਣ ਨੇ। ਬਾਕੀ ਸਾਰਾ ਕੁਝ ਨਾਸ ਹੋ ਜਾਣ ਵਾਲਾ ਹੈ। ਲੇਕਿਨ ਇੱਕ ਰੱਬ, ਰੱਬ ਦਾ ਮਤਲਬ ਉਹ ਨਹੀਂ ਕਿ ਜਿਹੜਾ ਉੱਤੇ ਬੈਠਾ ਹੈ ਕਿਤੇ ਸਵਰਗ ਵਿੱਚ, ਜੰਨਤ ਵਿੱਚ। ਰੱਬ ਦਾ ਮਤਲਬ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਜਿਸ ਨੂੰ ਹੋ ਸਕਦਾ ਹੈ ਸਾਇੰਸ ਉਸ ਚੀਜ਼ ਨੂੰ એનર્ਜੀ ਕਹਿੰਦੀ ਹੋਵੇ। ਤੋਂ ਕਹਿਣ ਤੋਂ ਭਾਵ ਕਿ ਸਦਾ ਥਿਰ ਰਹਿਣ ਵਾਲਾ ਪ੍ਰਭੂ ਹੈ। ਤੇ ਹੁਣ ਸਾਡਾ ਇੱਕ ਨਾ ਭੁਲੇਖਾ ਦੂਰ ਕਰ ਰਹੇ ਨੇ, ਸ਼ਨਾਖਤ ਕੁਦਰਤੀ। ਕੁਦਰਤੀ ਦਾ ਮਤਲਬ ਕੁਦਰਤ ਦੇ ਵਿੱਚ। ਕੁਦਰਤ ਦੇ ਵਿੱਚ ਸ਼ਨਾਖਤ ਦਾ ਮਤਲਬ ਹੈ ਪਹਿਚਾਣ। ਉਹਦੀ ਪਹਿਚਾਣ ਕੁਦਰਤ ਦੇ ਵਿੱਚੋਂ ਹੁੰਦੀ ਹੈ। ਰੱਬ ਨੂੰ ਕੁਦਰਤ ਵਿੱਚੋਂ ਵੇਖਿਆ ਜਾ ਸਕਦਾ ਹੈ, ਰੱਬ ਨੂੰ ਕੁਦਰਤ ਵਿੱਚੋਂ ਪਛਾਣਿਆ ਜਾ ਸਕਦਾ ਹੈ, ਕੁਦਰਤ ਤੋਂ ਬਾਹਰ ਨਹੀਂ। ਦੇਖੋ ਕਿੰਨੇ ਸਾਡੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ ਕਿ ਉਹ ਸਦਾ ਥਿਰ ਰਹਿਣ ਵਾਲਾ ਹੈ। ਜਿੰਨੇ ਵੀ ਆ ਦੁਨੀਆ ਦੇ ਧਨ ਦੌਲਤ ਨੇ, ਮਾਣ ਵਡਿਆਈਆਂ ਨੇ, ਇਹ ਸਾਰੀਆਂ ਆਖਿਰ ਖਤਮ ਹੋ ਜਾਣ ਵਾਲੀਆਂ ਨੇ।
ਇਹਨਾਂ ਰਾਹੀਂ ਸਾਨੂੰ ਉੱਚਾ ਸੁੱਚਾ ਆਤਮਿਕ ਜੀਵਨ, ਸੁਖ, ਸ਼ਾਂਤੀ, ਆਨੰਦ ਖੇੜਾ ਨਹੀਂ ਮਿਲ ਸਕਦਾ। ਸਦਾ ਰਹਿਣ ਵਾਲਾ, ਦਾਤਾਂ ਦੇਣ ਵਾਲਾ ਪ੍ਰਭੂ ਹੈ। ਤੇ ਉਹਦੀ ਪਹਿਚਾਣ ਕਿੱਥੋਂ ਹੁੰਦੀ ਹੈ? ਸ਼ਨਾਖਤ ਕੁਦਰਤੀ, ਉਹਦੀ ਕੁਦਰਤ ਵਿੱਚੋਂ ਪਹਿਚਾਣ ਹੁੰਦੀ ਹੈ। ਇਸ ਲਈ ਉਹਨੂੰ ਕੁਦਰਤ ਦੇ ਵਿੱਚੋਂ ਪਛਾਣੋ, ਉਹਦੀ ਪਹਿਚਾਣ ਕਰੋ। ਦੇਖੋ, ਰੱਬ ਦਿਸ ਤੇ ਸਾਰਿਆਂ ਨੂੰ ਰਿਹਾ ਹੈ, ਪਰ ਉਹਨੂੰ ਅਸੀਂ ਪਛਾਣ ਨਹੀਂ ਰਹੇ। ਸਾਨੂੰ ਪਹਿਚਾਣ ਗਲਤ ਕਰਾ ਦਿੱਤੀ ਗਈ ਹੈ। ਸਾਨੂੰ ਪਹਿਚਾਣ ਇਹ ਕਰਾ ਦਿੱਤੀ ਗਈ ਹੈ ਕਿ ਉਹ ਉੱਤੇ ਕਿਤੇ ਸੱਚਖੰਡ ਵਿੱਚ ਬੈਠਾ ਹੈ, ਜਾਂ ਕਿਤੇ ਸਵਰਗ ਵਿੱਚ ਵੱਖਰਾ ਬੈਠਾ ਹੈ, ਜਾਂ ਉਹ ਕਿਤੇ ਜੰਨਤ ਵਿੱਚ ਬੈਠਾ ਹੋਇਆ ਹੈ, ਜਿੱਥੋਂ ਫਰਿਸ਼ਤੇ ਭੇਜ ਕੇ ਤੇ ਸੰਸਾਰ ਦਾ ਸੰਚਾਲਨ ਕਰਦਾ ਹੈ। ਇਹ ਜਿਹੜੀ ਹੈ ਨਾ ਚੀਜ਼, ਸਾਨੂੰ ਪਛਾਣ ਕਰਵਾ ਦਿੱਤੀ ਗਈ ਹੈ। ਰੱਬ ਇੱਕ ਦੇਵਤਾ ਬਣ ਕੇ ਆਉਂਦਾ ਹੈ, ਐਸੀਆਂ ਪਛਾਣਾਂ ਬਣਾ ਦਿੱਤੀਆਂ ਨੇ। ਕੁਦਰਤ ਦੇ ਵਿੱਚੋਂ ਉਹਨੂੰ ਪਛਾਣੋ। ਘਟ ਘਟ ਮੈਂ ਹਰ ਦੂ ਵਸੇ, ਹਰ ਹਿਰਦੇ ਵਿੱਚ ਵਸ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਹੋਣਾ। ਆਪਣੀ ਦ੍ਰਿਸ਼ਟੀ ਨੂੰ ਬਦਲੋ, ਆਪਣੇ ਵਿਜ਼ਨ ਨੂੰ ਬਦਲੋ, ਵੇਖਣ ਦਾ ਢੰਗ ਬਦਲੋ। ਜਦੋਂ ਵੇਖਣ ਦਾ ਢੰਗ ਬਦਲੋਗੇ, ਸਾਰਾ ਕੁਝ ਹੀ ਬਦਲ ਜਾਏਗਾ। ਜਦੋਂ ਇਸ ਮਨੁੱਖਤਾ ਨੂੰ ਵੇਖੋਗੇ ਨਾ, ਦੇਖੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਕਿ हे ਪ੍ਰਭੂ, ਤੂੰ ਹੀ ਮੇਰਾ ਮਾਂ ਹੈ, ਤੂੰ ਹੀ ਮੇਰਾ ਬਾਪ ਹੈ, ਤੂੰ ਮੇਰਾ ਭਰਾ ਹੈ, ਤੂੰ ਮੇਰਾ ਰਿਸ਼ਤੇਦਾਰ ਹੈ। ਹੁਣ ਅਸੀਂ ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ ਨੂੰ ਕਿਸ ਨਜ਼ਰੀਏ ਦੇ ਨਾਲ ਵੇਖਦੇ ਹਾਂ? ਤਾਂ ਉਹਦੇ ਵਿੱਚ ਸਾਨੂੰ ਕੋਈ ਬੁਰਾ, ਕੋਈ ਭਲਾ ਨਜ਼ਰ ਹੀ ਪੈਂਦਾ ਹੈ। ਫਿਰ ਅਸੀਂ ਹਰ ਇੱਕ ਦੇ ਨਾਲ ਇੱਕ ਜੈਸਾ ਪਿਆਰ ਮੁਹੱਬਤ ਨਹੀਂ ਕਰ ਪਾਉਂਦੇ। ਤੇ ਜੇ ਅਸੀਂ ਇਹਨਾਂ ਰਿਸ਼ਤਿਆਂ ਨੂੰ ਇਸ ਨਜ਼ਰੀਏ ਦੇ ਨਾਲ ਵੇਖੀਏ ਕਿ ਇਹਨਾਂ ਦੇ ਵਿੱਚ ਸਾਰਿਆਂ ਵਿੱਚ ਰੱਬ ਵਸਦਾ ਹੈ, ਮੇਰੀ ਮਾਂ ਵਿੱਚ ਵੀ, ਪਿਓ ਵਿੱਚ ਵੀ, ਭੈਣ ਭਰਾਵਾਂ ਵਿੱਚ ਵੀ, ਤੇ ਇਸ ਨਜ਼ਰੀਏ ਨੂੰ ਅਸੀਂ ਅਪਣਾਈਏ, ਤੇ ਫਿਰ ਇਸ ਨਜ਼ਰੀਏ ਨੂੰ ਅਪਣਾ ਕੇ ਇਹੋ ਜਿਹਾ ਵਿਹਾਰ ਸਭ ਦੇ ਨਾਲ ਕਰੀਏ, ਤਾਂ ਜ਼ਿੰਦਗੀ ਬਦਲ ਜਾਏਗੀ ਨਾ, ਜੀਵਨ ਬਦਲ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਉਹਦੀ ਕੁਦਰਤ ਦੇ ਵਿੱਚੋਂ ਪਹਿਚਾਣ ਕਰੋ, ਆਪਣੇ ਆਪ ਨੂੰ ਪਛਾਣੋ, ਆਪਣੇ ਆਪੇ ਦੇ ਵਿੱਚੋਂ ਉਸ ਨੂੰ ਵੇਖੋ, ਦੂਜਿਆਂ ਦੇ ਵਿੱਚੋਂ ਵੇਖੋ। ਗੱਲ ਤਾਂ ਪਹਿਚਾਣ ਕਰਨ ਦੀ ਹੈ, ਗੱਲ ਤਾਂ ਆਪਣਾ ਨਜ਼ਰੀਆ ਬਦਲਣ ਦੀ ਹੈ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੈ। ਨਦੀਆਂ ਹੋਵਹਿ ਧੇਣਵਾ, ਸੁਮ ਹੋਵਹਿ ਦੁੱਧ ਕੀਓ। ਨਦੀਆਂ ਨਹੀਂ ਪੜਨਾ, ਇੱਥੇ ਬਿੰਦੀ ਲਾ ਕੇ ਪੜਾਂਗੇ, ਨਦੀਆਂ। ਹੋਵਹਿ ਧੇਣਵਾ, ਇੱਥੇ ਬਿੰਦੀ ਲਾਵਾਂਗੇ, ਧੇਣਵਾ। ਧੇਣਵਾ ਦਾ ਮਤਲਬ ਗਊਆਂ, ਗਾਈਆਂ। ਸੁਮ, ਸੁਮ ਦਾ ਮਤਲਬ ਸੋਮੇ। ਗੁਰੂ ਜੀ ਕਹਿੰਦੇ ਨੇ, ਜੇ ਸਾਰੀਆਂ ਨਦੀਆਂ ਮੇਰੇ ਵਾਸਤੇ ਗਾਵਾਂ ਬਣ ਜਾਣ, ਕਿਉਂਕਿ ਦੁੱਧ ਜਿਹੜਾ ਹੈ ਨਾ, ਕੀਮਤੀ ਹੈ। ਦੁੱਧ ਦੀ ਕੀਮਤ ਨੂੰ ਅਸੀਂ ਸਾਰੇ ਸਮਝਦੇ ਹਾਂ, ਸਾਰੇ ਲੋਕ ਵਰਤਦੇ ਨੇ। ਤੇ ਆਮ ਲੋਕ ਪਹਿਲੋਂ ਕਹਿੰਦੇ ਸਨ ਕਿ ਦੁੱਧ ਪੁੱਤਰ ਵਾਹਿਗੁਰੂ ਦਵੇ, ਔਲਾਦ ਤੇ ਦੁੱਧ ਜ਼ਰੂਰੀ ਸਨ ਇਹ ਚੀਜ਼ਾਂ, ਕਿਉਂਕਿ ਦੁੱਧ ਹੁੰਦਾ ਸੀ, ਦੁੱਧ ਤੋਂ ਲੱਸੀ ਬਣਦੀ ਹੈ, ਮੱਖਣ ਬਣਦਾ ਹੈ, ਘਿਓ ਬਣਦਾ ਹੈ। ਫਿਰ ਉਸ ਘਿਓ ਦੇ ਨਾਲ ਕਿੰਨੀਆਂ ਸਾਰੀਆਂ ਅੱਗੇ ਸਬਜ਼ੀਆਂ ਬਣਦੀਆਂ, ਦੁੱਧ ਦੇ ਨਾਲ ਕਿੰਨੀਆਂ ਸਾਰੀਆਂ ਮਠਿਆਈਆਂ ਬਣਦੀਆਂ। ਫਲਾਂ ਬੰਦੇ ਦੇ ਘਰ ਵੀ ਆਪਣਾ ਦੁੱਧ ਹੈ, ਤੇ ਅੱਜ ਤੇ ਸਗੋਂ ਹੋਰ ਵੀ ਕੀਮਤ ਵੱਧ ਗਈ ਨਾ ਦੁੱਧ ਦੀ, ਡੁਪਲੀਕੇਟ ਆਉਣ ਕਰਕੇ। ਜੇ ਚੰਗਾ ਦੁੱਧ ਕਿਸੇ ਦੇ ਘਰ ਆਪਣਾ ਤਾਜ਼ਾ ਹੈ, ਤੇ ਜਿਹਦੇ ਘਰ ਜ਼ਿਆਦਾ ਦੁੱਧ ਹੈ, ਲੋਕ ਕਹਿੰਦੇ ਨੇ ਵੀ ਉਹਦੇ ਘਰ ਤੇ ਦੁੱਧ ਦੀਆਂ ਨਦੀਆਂ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਸਾਰੀਆਂ ਨਦੀਆਂ ਮੇਰੇ ਵਾਸਤੇ ਗਾਵਾਂ ਬਣ ਜਾਣ, ਸੁਮ ਹੋਵੇਂ ਦੁੱਧ ਕੀਓ। ਤੇ ਸੁਮ ਦਾ ਮਤਲਬ ਜਿੰਨੇ ਵੀ ਪਾਣੀ ਦੇ ਚਸ਼ਮੇ ਨੇ, ਉਹ ਸਾਰੇ ਮੇਰੇ ਵਾਸਤੇ ਦੁੱਧ ਤੇ ਘਿਓ ਹੋ ਜਾਣ। ਯਾਨੀ ਨਦੀਆਂ ਸਾਰੀਆਂ ਮੇਰੇ ਲਈ ਗਾਵਾਂ ਹੋ ਜਾਣ, ਤੇ ਨਦੀਆਂ ਦੇ ਅੰਦਰ ਵਗਣ ਵਾਲਾ ਜਿਹੜਾ ਪਾਣੀ ਹੈ, ਜਿਹੜੇ ਸੋਮੇ ਨੇ, ਉਹ ਦੁੱਧ ਔਰ ਘਿਓ ਹੋ ਜਾਣ। ਯਾਨੀ ਚਾਰ ਚਫੇਰੇ ਦੁੱਧ ਔਰ ਘਿਓ ਵਗ ਰਿਹਾ ਹੋਏ, ਨਦੀਆਂ ਵਗ ਰਹੀਆਂ ਹੋਣ ਦੁੱਧ ਘਿਓ ਦੀਆਂ। ਪਹਾੜਾਂ ਵਿੱਚ ਜਾਵਾਂ ਤੇ ਉੱਥੇ ਸੋਮੇ ਦੁੱਧ ਘਿਓ ਦੇ ਵਗ ਰਹੇ ਹੋਣ, ਯਾਨੀ ਕਿਲੋ ਅੱਧਾ ਨਾ ਲਿਆਉਣਾ ਹੋਏ, ਨਦੀਆਂ ਵਗ ਰਹੀਆਂ ਹੋਣ। ਇੰਨਾ ਕੁਛ ਮੇਰੇ ਕੋਲ ਹੋ ਜਾਏ, ਬੰਦੇ ਕੋਲ ਇੰਨਾ ਕੁਛ ਜੇ ਆ ਜਾਏ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਵ ਨੇ। ਖੁਸ਼ੀ ਨਹੀਂ ਪੜਨਾ, ਸੱਸੇ ਥੱਲੇ ਬਿੰਦੀ ਲਾ ਕੇ ਖੁਸ਼ੀ। ਸਾਰੀ ਜ਼ਮੀਨ ਮੇਰੇ ਲਈ ਸ਼ੱਕਰ ਬਣ ਜਾਏ। ਹੁਣ ਲੋਕੀ ਘਿਓ ਸ਼ੱਕਰ ਖਾਂਦੇ ਹੁੰਦੇ ਸਨ। ਜਦੋਂ ਕੋਈ ਚੰਗੀ ਗੱਲ ਕਹੀਦੀ ਸੀ ਤੇ ਲੋਕ ਕਹਿੰਦੇ ਸੀ, ਤੇਰੇ ਮੂੰਹ 'ਚ ਘਿਓ ਸ਼ੱਕਰ। ਅੱਜ ਗੱਲ ਵੱਖਰੀ ਹੈ ਵੀ ਲੋਕ ਸ਼ੂਗਰ ਦੇ ਮਰੀਜ਼ ਹੋ ਗਏ। ਘਿਓ ਸ਼ੱਕਰ ਦੀ ਅੱਜ ਵੀ ਮਤਲਬ ਪਿੰਡਾਂ ਦੇ ਵਿੱਚ ਵੈਲਿਊ ਹੈ। ਜਿਹੜੇ ਸਾਡੀ ਉਮਰ ਦੇ ਬੰਦੇ ਨੇ, ਘਿਓ ਸ਼ੱਕਰ ਅੱਜ ਵੀ ਪਸੰਦ ਕਰਦੇ ਨੇ।
ਤੇ ਇੱਥੇ ਗਰੇਵਜ਼ੈਂਡ ਗੁਰਦੁਆਰੇ ਵਿੱਚ ਤੇ ਪੱਕੇ ਤੌਰ ਤੇ ਇਹਨਾਂ ਸਵੇਰੇ ਜਦੋਂ ਪਰੌਂਠੇ ਭੈਣਾਂ ਬਣਾਉਂਦੀਆਂ ਨੇ, ਘਿਓ ਸ਼ੱਕਰ ਪੱਕਾ ਹੀ ਰੱਖਿਆ ਹੁੰਦਾ ਨਾ ਬਣਾ ਕੇ, ਰੋਜ਼ ਡੇਲੀ ਪੱਕਾ ਹੀ ਹੈ। ਤੇ ਗੁਰੂ ਜੀ ਕਹਿੰਦੇ ਨੇ ਜੇ ਸਾਰੀ ਜ਼ਮੀਨ ਹੀ ਸ਼ੱਕਰ ਬਣ ਜਾਏ, ਮਤਲਬ ਥੋੜੀ ਨਹੀਂ, ਇੰਨੀ ਸ਼ੱਕਰ ਦੇ ਢੇਰ ਵੱਜ, ਸਾਰੀ ਜ਼ਮੀਨ ਹੀ ਸ਼ੱਕਰ ਬਣ ਜਾਏ, ਧਰਤੀ ਜਿੰਨੀ ਸ਼ੱਕਰ ਹੋਵੇ ਜਿਹੜੀ ਕਦੀ ਮੁੱਕੇ ਹੀ ਨਾ, ਦੁੱਧ ਦੀਆਂ ਨਦੀਆਂ ਵਗ ਰਹੀਆਂ ਹੋਣ, ਘਿਓ ਦੀਆਂ ਨਦੀਆਂ ਵਗ ਰਹੀਆਂ ਹੋਣ, ਸਾਰੀ ਧਰਤੀ ਸ਼ੱਕਰ ਬਣ ਜਾਏ, ਖੁਸ਼ੀ ਕਰੇ ਨਿਤ ਜੀਓ ਤੇ ਮੇਰੀ ਜਿੰਦ ਨੂੰ ਹਮੇਸ਼ਾ ਖੁਸ਼ ਕਰੇ ਵੀ ਇੰਨਾ ਘਿਓ ਸ਼ੱਕਰ ਖਾਣ ਪੀਣ ਦੇ ਇੰਨੇ ਪਦਾਰਥ। ਗੁਰੂ ਜੀ ਕਹਿੰਦੇ ਨੇ ਪਰਬਤ ਸੋਇਨਾ ਰੂਪਾ ਹੋਵੇ, ਰੂਪਾ ਦਾ ਮਤਲਬ ਚਾਂਦੀ, ਸੋਇਨਾ ਦਾ ਮਤਲਬ ਸੋਨਾ, ਪਰਬਤ ਦਾ ਮਤਲਬ ਪਹਾੜ। ਜਿਹੜੇ ਪਹਾੜ ਨੇ, ਜਿੰਨੇ ਵੀ ਧਰਤੀ ਤੇ ਪਹਾੜ ਨੇ, ਹਿਮਾਲਯ ਪਰਬਤ ਹੈ ਜਾਂ ਰਾਜਸਥਾਨ ਵਿੱਚ ਅਰਾਵਲੀ ਪਰਬਤ ਦੀਆਂ ਸ਼ਾਖਾਵਾਂ ਨੇ, ਹੋਰ ਦੁਨੀਆ ਦੇ ਉੱਤੇ ਪਹਾੜ ਨੇ, ਇਹ ਸਾਰੇ ਪਹਾੜ ਸੋਨੇ ਔਰ ਚਾਂਦੀ ਦੇ ਬਣ ਜਾਣ, ਯਾਨੀ ਪਹਾੜਾਂ ਜਿੰਨੀ ਸੋਨੇ ਚਾਂਦੀ ਮੇਰੇ ਕੋਲ ਹੋਵੇ, ਹੀਰੇ ਲਾਲ ਜੜਾਓ ਤੇ ਇਹਨਾਂ ਦੇ ਅੰਦਰ ਹੀਰੇ ਤੇ ਲਾਲ ਜੜੇ ਹੋਣ, ਹੀਰੇ ਲਾਲਾਂ ਦੇ ਨਾਲ ਜੜੇ ਹੋਏ ਪਹਾੜ, ਇੱਕ ਅੱਧਾ ਹੀਰਾ ਨਹੀਂ, ਥੋੜਾ ਜਿਹਾ ਸੋਨਾ ਨਹੀਂ ਵੀ ਫਲਾਂ ਬੰਦੇ ਕੋਲ 10 ਕਿਲੋ, ਉਹਦੇ ਕੋਲ ਤੇ 2-2.5 ਕਿਲੋ ਸੋਨਾ ਹੈ, 2-2.5 ਕਿਲੋ ਦੀ ਗੱਲ ਨਹੀਂ, ਸਾਰੇ ਪਹਾੜ ਹੀ ਸੋਨੇ ਦੇ ਹੋ ਜਾਣ, ਹੀਰੇ ਲਾਲਾਂ ਦੇ ਨਾਲ ਜੜੇ ਹੋਣ। ਭੀ ਤੂੰ ਹੈ ਸਾਲਾ ਹਨਾ, ਆਖਣ ਲਹਿ ਨਾ ਚਾਓ, ਆਖਣ ਚਾਓ ਦਾ ਮਤਲਬ ਤੇਰੀ ਵਡਿਆਈ ਕਰਨ ਦਾ ਚਾਅ, ਤੂੰ ਹੈ ਦਾ ਮਤਲਬ ਤੈਨੂੰ ਹੀ, ਕਿ हे ਪ੍ਰਭੂ ਤਾਂ ਵੀ ਮੈਂ ਤੇਰੀ ਸਿਫਤ ਸਲਾਹੀ ਕਰਾਂਗਾ, ਤੇਰੀ ਵਡਿਆਈ ਕਰਨ ਦਾ ਮੇਰਾ ਚਾਅ ਮੁੱਕ ਨਾ ਜਾਏ। ਕਿਉਂ? ਕਿਉਂਕਿ ਜੇ ਇੰਨੇ ਪਦਾਰਥ ਵੀ ਹੋ ਜਾਣ, ਜੋ ਚੀਜ਼ਾਂ ਗਿਣੀਆਂ ਨੇ, ਨਦੀਆਂ ਵਗ ਰਹੀਆਂ ਹੁਣ ਘਿਓ ਦੀਆਂ, ਨਦੀਆਂ ਵਗ ਰਹੀਆਂ ਹੁਣ ਦੁੱਧ ਦੀਆਂ, ਚਾਰ ਚੁਫੇਰੇ ਧਰਤੀ ਜਿੰਨੀ ਸ਼ੱਕਰ ਖਿਲ ਰਹੀ ਹੋਵੇ, ਪਹਾੜ ਜਿੰਨਾ ਸੋਨਾ ਚਾਂਦੀ ਔਰ ਹੀਰੇ ਜਵਾਹਰਾਤ ਹੋਣ, ਤੇ ਜੇ ਬੰਦੇ ਦੇ ਅੰਦਰ ਦਇਆ ਨਾ ਹੋਵੇ, ਜੇ ਬੰਦੇ ਦੇ ਅੰਦਰ ਪ੍ਰੇਮ ਨਾ ਹੋਵੇ, ਪਤੀ ਪਤਨੀ ਦੀ ਆਪਸ ਚ ਬਣਦੀ ਨਾ ਹੋਵੇ, ਤੇ ਫਿਰ ਕੀ ਹੈ? ਹੁਣ ਅੱਗੇ ਪਹਿਲੋਂ ਤੇ ਪੱਥਰ ਮਾਰ ਮਾਰ ਕੇ ਸਿਰ ਪਾੜਦੇ ਨੇ, ਫਿਰ ਸੋਨੇ ਦੇ ਵੱਟੇ ਮਾਰ ਕੇ ਸਿਰ ਪਾੜਨਗੇ ਤਾਂ ਸਿਰ ਹੀ ਨਾ। ਹੁਣ ਵੇਲਣਾ ਜਨਾਨੀ ਚੁੱਕੀ ਫਿਰਦੀ ਹੈ ਲੱਕੜ ਦਾ, ਫਿਰ ਅਮੀਰ ਹੋਣਗੇ ਤੇ ਸੋਨੇ ਦਾ ਵੇਲਣਾ ਵਗਾ ਕੇ ਮਾਰੇਗੀ, ਹੋਰ ਕੀ ਕਰੇਗੀ? ਇਹੀ ਹੋਏਗਾ ਨਾ, ਕਿਉਂਕਿ ਜੇ ਪਦਾਰਥ ਤੇ ਹੈ ਨੇ ਪਰ ਗੁਣ ਨਹੀਂ, ਤਾਂ ਬੰਦੇ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਾ ਆ ਸਕਦੀ। ਇਸ ਲਈ ਗੁਰੂ ਜੀ ਕਹਿੰਦੇ ਨੇ, हे ਪ੍ਰਭੂ ਇੰਨੇ ਪਦਾਰਥ ਵੀ ਮੇਰੇ ਕੋਲ ਹੋ ਜਾਣ, ਫਿਰ ਵੀ ਮੈਂ ਤੇਰੀ ਸਿਫਤ ਸਲਾਹ ਕਰਾਂਗਾ, ਕਿਉਂਕਿ ਤੇਰੀ ਰਜ਼ਾ ਤੋਂ ਬਿਨਾ ਇਸ ਦੁਨੀਆ ਵਿੱਚ ਕੁਝ ਹੋ ਨਹੀਂ ਸਕਦਾ, ਤੇਰੇ ਗੁਣਾ ਤੋਂ ਬਿਨਾ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਆ ਨਹੀਂ ਸਕਦੀ। ਤਾਂ ਇਸ ਲਈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਖੇੜਾ ਆਨੰਦ ਪ੍ਰਸੰਨਤਾ ਚਾਹੁੰਦੇ ਹਾਂ, ਤਾਂ ਉਹ ਭਾਈ ਪਦਾਰਥਾਂ ਚੋਂ ਨਹੀਂ ਆਉਣੀ, ਖੁਸ਼ੀ ਜਿਹੜੀ ਹੈ ਉਹ ਗੁਣਾ ਚੋਂ ਆਏਗੀ। ਇੱਥੇ ਪਦਾਰਥਾਂ ਨੂੰ ਨਕਾਰਿਆ ਨਹੀਂ ਜਾ ਰਿਹਾ, ਨਾ ਪਦਾਰਥਾਂ ਦੇ ਖਿਲਾਫ ਬੋਲਿਆ ਜਾ ਰਿਹਾ ਹੈ। ਗੱਲ ਇਹ ਦੱਸੀ ਜਾ ਰਹੀ ਹੈ ਕਿ ਪਦਾਰਥ ਜਿੰਨੇ ਮਰਜ਼ੀ ਤੁਹਾਡੇ ਕੋਲ ਆ ਜਾਣ, ਕੇਵਲ ਪਦਾਰਥਾਂ ਦੇ ਨਾਲ ਖੁਸ਼ੀ ਪੈਦਾ ਨਹੀਂ ਹੋ ਸਕਦੀ, ਆਤਮਿਕ ਜੀਵਨ ਪੈਦਾ ਨਹੀਂ ਹੋ ਸਕਦਾ, ਜੇ ਅੰਦਰ ਸੱਚਾਈ ਨਹੀਂ, ਦਇਆ ਨਹੀਂ, ਧਰਮ ਨਹੀਂ, ਪ੍ਰੇਮ ਨਹੀਂ, ਇਨਸਾਨੀਅਤ ਨਹੀਂ, ਤਾਂ ਕੀ ਕਰੋਗੇ? ਇਹਨਾਂ ਸੋਨੇ ਚਾਂਦੀਆਂ ਦਾ ਵਿਅਰਥ ਹੋ ਜਾਣਗੇ, ਖੁਸ਼ੀ ਜ਼ਿੰਦਗੀ ਵਿੱਚ ਨਹੀਂ ਆਏਗੀ। ਇਸ ਲਈ ਪ੍ਰਭੂ ਮੈਂ ਤੇਰੀ ਹੀ ਸਿਫਤ ਸਲਾਹ ਕਰਦਾ ਹਾਂ, ਤੇਰੀ ਰਜਾ ਦੇ ਵਿੱਚ ਤੁਰਦਾ ਹਾਂ, ਜੀਵਨ ਦੀ ਸਫਲਤਾ ਤੇਰੀ ਰਜਾ ਵਿੱਚ ਤੁਰਿਆ ਹੈ। ਭਾਰ 18 ਮੇਵਾ ਹੋਵੇ, ਗਰੁੜਾ ਹੋਈ ਸਵਾਉ, ਗਰੁੜਾ, ਇਹਨੂੰ ਗਰੜਾ ਨਹੀਂ ਪੜਨਾ, ਗਰੁੜਾ, ਭਾਰ 18। ਹੁਣ ਇਹ 18 ਭਾਰ ਨੂੰ ਥੋੜਾ ਜਿਹਾ ਸਮਝ ਲੈਣਾ। ਇੱਕ ਨਾ ਖਿਆਲ ਚੱਲਿਆ ਆ ਰਿਹਾ ਹੈ ਪੁਰਾਤਨ, ਇਹ ਗੁਰੂ ਜੀ ਦੀ ਆਪਣੀ ਵਿਚਾਰ ਨਹੀਂ ਹੈ, ਇੱਕ ਪੁਰਾਤਨ ਖਿਆਲ ਹੈ, ਤੇ ਉਸੇ ਖਿਆਲ ਨੂੰ ਉਸੇ ਤਰ੍ਹਾਂ ਹੀ ਲੈ ਲਿਆ। ਇਹ ਮੰਨਿਆ ਜਾਂਦਾ ਸੀ ਕਿ ਜਿੰਨੀ ਵੀ ਇਸ ਦੁਨੀਆ ਦੇ ਵਿੱਚ ਇਹ ਹੈ ਨਾ ਵਨਸਪਤੀ, ਇਹ ਸਾਰੀ ਵਨਸਪਤੀ ਦਾ ਜੇ ਇੱਕ ਇੱਕ ਪੱਤਾ ਤੋੜਿਆ ਜਾਏ, ਇੱਕ ਇੱਕ ਪੱਤਾ ਤੋੜਿਆ ਜਾਏ, ਤੇ ਜੇ ਸਾਰੇ ਪੱਤਿਆਂ ਨੂੰ ਤੋਲੀਏ ਤਾਂ ਉਹ 18 ਭਾਰ ਵਜਨ ਹੋਏਗਾ, 18 ਪੰਡਾ। ਤੇ ਇੱਕ ਭਾਰ ਜਿਹੜਾ ਹੈ ਨਾ, ਉਹ 5 ਕੱਚੇ ਮਣਾਂ ਦੇ ਬਰਾਬਰ ਹੈ, 5 ਮਣ ਕੱਚੇ, ਯਾਨੀ 5 ਮਣ ਕੱਚੇ ਜਿਹੜੇ ਨੇ ਉਹ ਇੱਕ ਭਾਰ ਹੈ, ਇੱਕ ਪੰਡ। ਤੇ ਜੇ ਇੱਕ ਇੱਕ ਪੱਤਾ ਤੋੜੀਏ ਤਾਂ ਉਹਦੇ 18 ਭਾਰ ਬਣਨਗੇ। ਇਹ ਇੱਕ ਪੁਰਾਤਨ ਵਿਚਾਰ ਚੱਲਿਆ ਹੁੰਦਾ। ਇਹਦਾ ਮਤਲਬ ਸਾਰੀ ਵਨਸਪਤੀ, ਭਾਰ 18 ਦਾ ਮਤਲਬ ਸਾਰੀ ਵਨਸਪਤੀ। ਮੇਵਾ ਹੋਵੇ,
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੇ ਵਨਸਪਤੀ, ਸਾਰੀ ਵਨਸਪਤੀ ਮੇਵਾ ਬਣ ਜਾਏ। ਹੁਣ ਬਹੁਤੀ ਵਨਸਪਤੀ ਨਾ ਜਿਨ੍ਹਾਂ ਨਾਲ ਕੋਈ ਫਲ ਨਹੀਂ ਲੱਗਦਾ, ਘਾਹ ਨਾਲ ਕੋਈ ਫਲ ਨਹੀਂ ਲੱਗਦਾ, ਹੋਰ ਬਹੁਤ ਸਾਰੇ ਐਸੇ ਵਰਕਸ਼ ਨੇ ਜਿਨ੍ਹਾਂ ਦੇ ਨਾਲ ਐਸੇ ਫਲ ਨਹੀਂ ਲੱਗਦੇ ਜਿਹੜੇ ਫਲ ਸਾਡੇ ਖਾਣ ਦੇ ਯੋਗ ਨੇ। ਤਾਂ ਗੁਰੂ ਜੀ ਕਹਿੰਦੇ ਨੇ ਸਾਰੀ ਵਨਸਪਤੀ ਦੇ ਨਾਲ ਹੀ ਖਾਣ ਯੋਗ ਫਲ ਲੱਗਣ ਲੱਗ ਜਾਣ, ਮੇਵਾ ਬਣ ਜਾਏ। ਗਰੁੜਾ ਹੋਏ ਸੁਆਉ, ਸੁਆਉ ਦਾ ਮਤਲਬ ਸਵਾਦ, ਤੇ ਗਰੁੜਾ ਦਾ ਮਤਲਬ ਹੁੰਦਾ ਹੈ ਜਿਹੜਾ ਮੂੰਹ ਦੇ ਵਿੱਚ ਪੈਂਦਿਆਂ ਸਾਰ ਖੁਰ ਜਾਏ। ਜਿਵੇਂ ਕਈ ਅੰਗੂਰ ਹੁੰਦੇ ਨੇ ਨਾ, ਬਿਲਕੁਲ ਖਾਣ ਲੱਗਿਆ ਨਾਲ ਦੇ ਨਾਲ ਪਾਣੀ ਬਣ ਜਾਂਦੇ ਨੇ, ਖਰਬੂਜਾ ਖਾਈਏ ਨਾਲ ਦੇ ਨਾਲ ਉਹ ਪਾਣੀ ਵਰਗਾ ਬਣ ਜਾਂਦਾ ਹੈ, ਯਾਨੀ ਸਵਾਦਿਸ਼ਟ। ਗਰੁੜਾ ਸੁਆਉ ਦਾ ਮਤਲਬ ਬੜੇ ਸਵਾਦਿਸ਼ਟ। ਜੇ ਸਾਰੀ ਵਨਸਪਤੀ ਮੇਵਾ ਬਣ ਜਾਏ ਜਿਹਦਾ ਰਸ ਸਵਾਦ ਬੜਾ ਰਸਦਾਇਕ ਹੋਵੇ, ਬੜੇ ਸਵਾਦਲੇ ਮੇਵੇ ਪਦਾਰਥ ਬਣ ਜਾਣ। ਚੰਦ ਸੂਰਜ ਦੋਏ ਫਿਰਦੇ ਰੱਖੀਏ, ਨਿਹਚਲ ਹੋਵੇ ਥਾਉ। ਨਿਹਚਲ ਦਾ ਮਤਲਬ ਜੋ ਮੇਰੀ ਰਹਿਣ ਦੀ ਜਗ੍ਹਾ ਹੈ ਉਹ ਅਟਲ ਹੋ ਜਾਏ, ਤੇ ਸੂਰਜ ਔਰ ਚੰਦਰਮਾ ਮੇਰੀ ਉਸ ਘਰ ਦੇ ਚ ਫੇਰੇ ਫਿਰਦੇ ਰਹਿਣ, ਮੇਰੀ ਸੇਵਾ ਦੇ ਵਿੱਚ ਲੱਗੇ ਰਹਿਣ। ਮੇਰਾ ਘਰ ਨਾ ਹਿੱਲੇ। ਜੇ ਸਪੋਜ਼ ਐਸਾ ਹੋ ਜਾਏ ਕਿ ਮੇਰਾ ਘਰ ਤੇ ਨਿਹਚਲ ਹੋ ਜਾਏ ਤੇ ਸੂਰਜ ਔਰ ਚੰਦਰਮਾ ਮੇਰੇ ਘਰ ਦੇ ਚ ਫੇਰੇ ਘੁੰਮਦੇ ਰਹਿਣ, ਮੇਰੀ ਸੇਵਾ ਵਿੱਚ ਲੱਗੇ ਹੋਣ, ਨਿਹਚਲ ਹੋਵੇ ਥਾਉ, ਮੇਰਾ ਘਰ ਸदैਵੀ ਹੋ ਜਾਏ। ਗੁਰੂ ਜੀ ਕਹਿੰਦੇ ਨੇ ਭੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਤਾਂ ਵੀ ਹੈ ਪ੍ਰਭੂ ਮੈਂ ਇਹਨਾਂ ਨਾ ਫਸਾਂ ਇਹਨਾਂ ਦੇ ਵਿੱਚ ਕਿ ਮੈਂ ਤੇਰੀ ਸਿਫਤ ਸਲਾਹ ਭੁੱਲ ਜਾਵਾਂ। ਮੈਂ ਫਿਰ ਵੀ ਤੇਰੀ ਸਿਫਤ ਸਲਾਹ ਕਰਾਂਗਾ, ਫਿਰ ਵੀ ਮੈਂ ਤੇਰੇ ਗੁਣ ਗਾਣੇ ਚਾਹਾਂਗਾ। ਜੇ ਕੋਈ ਮੈਨੂੰ ਇਹ ਆਫਰ ਦਵੇ ਕਿ ਜਿਹੜੀ ਸਾਰੀ ਵਨਸਪਤੀ ਹੈ ਇਹ ਮੇਵਾ ਬਣ ਜਾਏਗੀ, ਜਿਹੜੇ ਬੜੇ ਰਸਦਾਇਕ ਸਵਾਦ ਹੋਣਗੇ, ਔਰ ਤੇਰਾ ਥਾਂ ਵੀ ਨੇਚਲ ਹੋਏਗਾ, ਸੂਰਜ ਚੰਦਰਮਾ ਵੀ ਤੇਰੇ ਘਰ ਦੇ ਚ ਫੇਰੇ ਫਿਰਨਗੇ, ਇੰਨਾ ਕੁਛ ਤੈਨੂੰ ਮਿਲੇਗਾ, ਲੇਕਿਨ ਤੇਰੇ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਹੋਏਗੀ, ਤੇਰੇ ਜੀਵਨ ਦੇ ਅੰਦਰ ਕੋਈ ਗੁਣ ਨਹੀਂ ਹੋਏਗਾ, ਤਾਂ ਕਿਹਨੂੰ ਚੁਣੋਗੇ? ਸੱਚ ਨੂੰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਇਹਨਾਂ ਪਦਾਰਥਾਂ ਦੇ ਬਦਲੇ ਸੱਚ ਨੂੰ ਨਹੀਂ ਤਿਆਗਣਾ ਚਾਹੁੰਦਾ, ਗੁਣਾਂ ਨੂੰ ਨਹੀਂ ਤਿਆਗਣਾ ਚਾਹੁੰਦਾ, ਕਿਉਂਕਿ ਗੁਣਾਂ ਤੋਂ ਬਿਨਾਂ ਸ਼ਾਂਤੀ ਨਹੀਂ ਹੈ। ਕੀ ਕਰਾਂਗਾ ਇਹਨਾਂ ਦਾ, ਮੇਵਿਆਂ ਦਾ, ਪਦਾਰਥਾਂ ਦਾ, ਜੇ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ, ਪ੍ਰੇਮ ਨਹੀਂ। ਹੁਣ ਇਹਨਾਂ ਚੀਜ਼ਾਂ ਨੂੰ ਨਾ ਅਸੀਂ ਆਪਣੀ ਪਰਿਵਾਰਕ ਜ਼ਿੰਦਗੀ ਵੱਲ ਵੇਖ ਕੇ ਸਮਝਣ ਦਾ ਯਤਨ ਕਰੀਏ। ਕੁਝ ਲੋਕ ਐਸੇ ਨੇ ਜੋ ਗਰੀਬ ਨੇ, ਫੁੱਟਪਾਥਾਂ ਤੇ ਨੇ। ਕੁਝ ਬੱਚੇ ਐਸੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਫਲਾਂ ਦੇ ਨਾਮਾਂ ਦਾ ਵੀ ਨਹੀਂ ਪਤਾ ਹੋਣਾ, ਖਾਣਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਫਲ ਕਿਹੜੇ ਕਿਹੜੇ। ਕਿੰਨੇ ਐਸੇ ਬੱਚੇ ਨੇ ਜਿਨ੍ਹਾਂ ਨੇ ਕਦੇ ਕਿਸੇ ਮਠਿਆਈ ਨੂੰ ਟੱਚ ਤੱਕ ਵੀ ਨਹੀਂ ਕੀਤਾ ਹੋਣਾ, ਉਹਨਾਂ ਦੀ ਇੰਨੀ ਪਹੁੰਚ ਵੀ ਨਹੀਂ ਹੈ। ਕਿੰਨੇ ਲੋਕ ਨੇ ਐਸੇ ਗਰੀਬ, ਉਹਨਾਂ ਨੂੰ ਹਾਲੇ ਫਿਲਹਾਲ ਇੱਕ ਪਾਸੇ ਰੱਖ ਦਿਓ ਕਿ ਉਹਨਾਂ ਦੀ ਤੇ ਪਹੁੰਚ ਨਹੀਂ ਹੈ, ਉਹ ਤਾਂ ਦੁਖੀ ਨੇ। ਸਮਝ ਆ ਸਕਦੀ ਹੈ ਕਿ ਉਹ ਦੁਖੀ ਨੇ, ਕਿਉਂਕਿ ਉਹਨਾਂ ਕੋਲ ਕੁਝ ਹੈ ਹੀ ਨਹੀਂ ਵਿਚਾਰਿਆ, ਨਾ ਪਾਣ ਲਈ ਕੱਪੜੇ, ਨਾ ਖਾਣ ਲਈ ਰੋਟੀ, ਨਾ ਰਹਿਣ ਲਈ ਮਕਾਨ, ਉਹ ਤੇ ਦੁਖੀ ਹੈ ਨੇ। ਪਰ ਜਿਨ੍ਹਾਂ ਘਰਾਂ ਦੇ ਅੰਦਰ 36 ਕਿਸਮ ਦੇ ਭੋਜਨ ਪਦਾਰਥ ਨੇ, ਪੀਜੇ 버ਗਰ ਜਿਹੜੇ ਖਾ ਰਹੇ ਨੇ, ਵੱਡੇ ਹੋਟਲਾਂ ਵਿੱਚ ਰੋਟੀਆਂ ਖਾ ਸਕਦੇ ਨੇ, ਜਿਨ੍ਹਾਂ ਦੇ ਕੋਲ ਬਹੁਤ ਵੱਡੇ ਧਨ ਦੇ ਅੰਬਾਰ ਲੱਗੇ ਨੇ, ਕੀ ਉਹ ਇਹਨਾਂ ਪਦਾਰਥਾਂ ਕਰਕੇ ਸੁਖੀ ਨੇ? ਕੀ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਹੈ? ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਅਮੀਰ ਦੁਖੀ ਨੇ। ਮੈਂ ਉਹਨਾਂ ਲੋਕਾਂ ਦੀ ਕਰ ਰਿਹਾ ਗੱਲ ਜੋ ਬਹੁਤਾਤ ਗਿਣਤੀ ਹੈ, ਜਿਨ੍ਹਾਂ ਦੇ ਕੋਲ ਇਹ ਸਾਰੇ ਪਦਾਰਥ ਬਹੁਤਾਤ ਗਿਣਤੀ ਵਿੱਚ ਨੇ, ਕਿ ਉਹ ਸੁਖੀ ਔਰ ਸ਼ਾਂਤ ਨੇ? ਕਿ ਜਿਸ ਪਤੀ ਪਤਨੀ ਨੂੰ ਰੋਜ਼ ਅੰਗੂਰ ਮਿਲਦੇ ਨੇ, ਰੋਜ਼ ਸੇਬ ਖਾਣ ਨੂੰ ਮਿਲਦੇ ਨੇ, ਪਦਾਰਥ ਮਿਲਦੇ ਨੇ, ਕਿ ਉਹਨਾਂ ਦੀ ਆਪਸ 'ਚ ਬਣਦੀ ਹੈ? ਤਾਂ ਅੰਗੂਰਾਂ ਦੇ ਨਾਲ ਥੋੜਾ ਆਪਸ ਵਿੱਚ ਬਣਨੀ ਹੈ, ਪੀਜੇ 버ਗਰ ਖਾਣ ਨਾਲ ਥੋੜਾ ਆਪਸ ਵਿੱਚ ਬਣਨੀ ਹੈ। ਬਣਨੀ ਤੇ ਹੈ ਸੱਚ ਨਾਲ, ਆਪਸੀ ਪ੍ਰੇਮ ਮੁਹੱਬਤ ਤੇ ਪਿਆਰ ਨਾਲ, ਦਇਆ ਨਾਲ, ਇਹਨਾਂ ਨਾਲ ਸੁਖ ਸ਼ਾਂਤੀ ਪੈਦਾ ਹੋਣੀ ਹੈ ਨਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਭੂ ਐਨੀਆਂ ਚੀਜ਼ਾਂ ਮੈਨੂੰ ਮਿਲ ਜਾਣ, ਪਰ ਆਫਰ ਇਹ ਹੋਵੇ ਕਿ ਸੱਚ ਨੂੰ ਤਿਆਗਣਾ ਪੈਣਾ, ਤਾਂ ਗੁਰੂ ਜੀ ਕਹਿੰਦੇ ਨੇ ਮੈਂ ਸੱਚ ਨੂੰ ਨਹੀਂ ਤਿਆਗਾਂਗਾ, ਮੈਂ ਇਹਨਾਂ ਚੀਜ਼ਾਂ ਨੂੰ ਤਿਆਗ ਦੂੰਗਾ। ਅਗਲਾ ਬਚਨ ਕਰਦੇ ਨੇ ਜੇ ਦੇਹ ਹੈ ਦੁੱਖ ਲਾਈਏ। ਹੁਣ ਪਹਿਲੀ ਗੱਲ ਕੀਤੀ ਕਿ ਇਹਨੇ ਸੁਖ ਹੋਣ ਤਾਂ ਵੀ ਸੱਚ ਦਾ ਤਿਆਗ ਨਹੀਂ ਕਰਨਾ, ਤੇ ਦੂਜੀ ਗੱਲ ਕਹਿੰਦੇ ਨੇ ਜੇ ਦੇਹ ਹੈ ਦੁੱਖ ਲਾਈਏ, ਜੇ ਮੇਰੇ ਸਰੀਰ ਨੂੰ ਦੁੱਖ ਲੱਗ ਜਾਏ, ਮੈਨੂੰ ਟੀਬੀ ਹੋ ਜਾਏ, ਕੈਂਸਰ ਹੋ ਜਾਏ, ਕੋਈ ਹੋਰ ਪ੍ਰੋਬਲਮ ਹੋ ਜਾਏ, ਕਰੋਨਾ ਹੋ ਜਾਏ, ਪਾਪ ਗ੍ਰਹਿ ਦੋਇ ਰਾਹ,
ਇਹਨੂੰ ਗ੍ਰਹਿ ਨਹੀਂ ਪੜਨਾ, ਗ੍ਰਹਿ। ਦੋਏ ਰਾਹ ਦਾ ਮਤਲਬ ਰਾਹੂ ਤੇ ਕੇਤੂ। ਰਾਹੂ ਕੇਤੂ ਦੋ ਗ੍ਰਹਿ ਮੰਨੇ ਗਏ ਨੇ, ਇਹ ਹੈ ਨਹੀਂ ਲੇਕਿਨ ਮੰਨੇ ਗਏ ਨੇ। ਇਹਨਾਂ ਦੀ ਇੱਕ ਕਹਾਣੀ ਹੈ, ਇਹ ਥੋੜਾ ਜਿਹਾ ਤੁਸੀਂ ਸੁਣ ਲਓ ਕਿ ਰਾਹੂ ਇੱਕ ਰਾਖਸ਼ ਸੀ ਜਿਹਦੀਆਂ 4 ਬਾਹਾਂ ਮੰਨੀਆਂ ਜਾਂਦੀਆਂ ਨੇ ਤੇ ਇੱਕ ਮੱਛੀ ਦੀ ਪੂਛ ਵਰਗਾ ਇਹਦਾ ਧੜ ਸੀ। ਜਦੋਂ ਦੇਵਤਿਆਂ ਨੇ ਔਰ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਰਿੜਕਿਆ, ਉਹਦੇ ਵਿੱਚੋਂ 14 ਰਤਨ ਕੱਢੇ, ਤਾਂ ਇਹ ਜਿਹੜਾ ਰਾਹੂ ਹੈ ਨਾ, ਰਾਖਸ਼ ਰੂਪ ਵਟਾ ਕੇ ਇਹ ਦੇਵਤਿਆਂ ਦੀ ਪੰਗਤ ਵਿੱਚ ਜਾ ਬੈਠਾ ਤੇ ਇਹਨੇ ਵੀ ਅੰਮ੍ਰਿਤ ਲੈ ਲਿਆ, ਕਿਉਂਕਿ ਦੇਵਤਿਆਂ ਨੇ ਅੰਮ੍ਰਿਤ ਪੀਤਾ ਤੇ ਰਾਖਸ਼ਾਂ ਨੂੰ ਕਹਿੰਦੇ ਨੇ ਜ਼ਹਿਰ ਦਿੱਤਾ। ਇਹਨੂੰ ਅੰਮ੍ਰਿਤ ਮਿਲ ਗਿਆ। ਸੂਰਜ ਔਰ ਚੰਦਰਮਾ ਨੇ ਇਹਨੂੰ ਪਛਾਣ ਲਿਆ ਕਿ ਇਹ ਤੇ ਰਾਖਸ਼ ਹੈ ਰਾਹੂ, ਤੇ ਦੇਵਤਾ ਬਣ ਕੇ ਇਹ ਅੰਮ੍ਰਿਤ ਪੀ ਗਿਆ। ਵਿਸ਼ਨੂੰ ਨੂੰ ਜਾ ਕੇ ਨਾ ਸੂਰਜ ਔਰ ਚੰਦਰਮਾ ਨੇ ਦੱਸ ਦਿੱਤਾ। ਉਹਨੇ ਇਹਦਾ ਸਿਰ ਤੇ 2 ਬਾਹਾਂ ਵੱਢ ਦਿੱਤੀਆਂ, ਪਰ ਕਿਉਂਕਿ ਅਮਰ ਹੋ ਚੁੱਕਾ ਸੀ ਅੰਮ੍ਰਿਤ ਪੀ ਕੇ, ਇਸ ਲਈ ਇਹਦੇ 2 ਸਰੀਰ ਬਣ ਗਏ। ਸਿਰ ਜਿਹੜਾ ਹੈ ਵੱਖਰਾ ਤੁਰਿਆ ਫਿਰੇ ਤੇ ਧੜ ਵੱਖਰਾ ਤੁਰਿਆ ਫਿਰੇ। ਇਹ ਮਰਿਆ ਨਹੀਂ, ਯਾਨੀ ਸਿਰ ਵੀ ਇੱਕ ਵੱਖਰਾ ਹੋ ਗਿਆ ਤੇ ਧੜ ਵੱਖਰਾ, ਤੇ ਇਹ 2 ਰੂਪ ਹੋ ਗਏ। ਇਹਨਾਂ ਨੂੰ ਰਾਹੂ ਔਰ ਕੇਤੂ ਕਹਿਣ ਲੱਗ ਗਏ। ਕਹਿੰਦੇ ਨੇ ਚੰਦਰਮਾ ਤੇ ਸੂਰਜ ਤੋਂ ਆਪਣਾ ਪੁਰਾਣਾ ਵੈਰ ਲੈਣ ਵਾਸਤੇ ਨਾ ਇਹ ਰਾਹੂ ਤੇ ਕੇਤੂ ਸੂਰਜ ਔਰ ਚੰਦਰਮਾ ਨੂੰ ਆਣ ਕੇ ਘੇਰ ਲੈਂਦੇ ਨੇ ਜਦੋਂ ਗ੍ਰਹਿਣ ਲੱਗਦਾ ਹੈ। ਜਦੋਂ ਗ੍ਰਹਿਣ ਲੱਗਦਾ ਨਾ, ਕਹਿੰਦੇ ਨੇ ਰਾਹੂ ਤੇ ਕੇਤੂ ਆਣ ਕੇ ਉਹ ਤੋਂ ਆਪਣਾ ਬਦਲਾ ਲੈਂਦੇ ਨੇ, ਸੂਰਜ ਚੰਦਰਮਾ ਨੂੰ ਕੱਟ ਕੇ ਮਾਰਦੇ ਨੇ, ਥੋੜਾ ਥੋੜਾ ਕਰਕੇ, ਫਿਰ ਉਹ ਜੁੜ ਜਾਂਦਾ। ਪਰ ਅੱਜ ਅਸੀਂ ਸਮਝ ਚੁੱਕੇ ਹਾਂ ਵੀ ਗ੍ਰਹਿਣ ਕਿਵੇਂ ਲੱਗਦਾ, ਕਿਉਂਕਿ ਚੰਦਰਮਾ ਔਰ ਸੂਰਜ ਦੇ ਵਿਚਕਾਰ ਜਦੋਂ ਧਰਤੀ ਆ ਗਈ ਤਾਂ ਸਾਨੂੰ ਚੰਦਰਮਾ ਨਜ਼ਰ ਹੀ ਨਹੀਂ ਪੈਂਦਾ, ਤੇ ਜੇ ਚੰਦਰਮਾ ਔਰ ਧਰਤੀ ਔਰ ਸੂਰਜ ਦੇ ਵਿਚਕਾਰ ਚੰਦਰਮਾ ਆ ਜਾਏ ਤਾਂ ਸਾਨੂੰ ਸੂਰਜ ਨਜ਼ਰ ਹੀ ਨਹੀਂ ਪੈਂਦਾ ਹੈ, ਗ੍ਰਹਿਣ ਲੱਗ ਜਾਂਦਾ। ਅੱਜ ਇਹ ਚੀਜ਼ ਸਪਸ਼ਟ ਹੋ ਗਈ ਨਾ, ਲੇਕਿਨ ਪਿੱਛੇ ਲੋਕ ਇਹ ਚੀਜ਼ਾਂ ਮੰਨਦੇ ਆ ਰਹੇ ਸਨ। ਤਾਂ ਗੁਰੂ ਜੀ ਨੇ ਉਸ ਮਨੌਤ ਨੂੰ ਉਸੇ ਤਰ੍ਹਾਂ ਹੀ ਰੱਖ ਲਿਆ ਕਿ ਜੇ ਮੇਰੇ ਸਰੀਰ ਨੂੰ ਦੁੱਖ ਲੱਗ ਜਾਣ ਔਰ ਜਿਹੜੇ ਪਾਪੀ ਗ੍ਰਹਿ ਨੇ ਇਹ ਮੇਰੇ ਤੇ ਲਾਗੂ ਹੋ ਜਾਣ, ਰਾਹੂ ਕੇਤੂ ਆਣ ਕੇ ਘੇਰ ਲੈਣ। ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਆਂ, ਐਵੇਂ ਜਾਪੇ ਪਾਓ। ਤੇ ਜੇ ਰਤ ਪੀਣੇ ਦਾ ਮਤਲਬ ਕਠੋਰ ਜਿਹੜੇ ਜ਼ਾਲਮ ਰਾਜੇ ਨੇ ਉਹ ਮੇਰੇ ਸਿਰ ਉੱਤੇ ਹੋਣ, ਉਹ ਮੈਨੂੰ ਹੋਰ ਸਜ਼ਾਵਾਂ ਦੇਣ, ਪਰ ਜੇ ਮੈਨੂੰ ਇਹਦੇ ਬਦਲੇ ਤੇਰਾ ਪਿਆਰ ਮਿਲੇ, ਮੈਨੂੰ ਇਨਸਾਨੀਅਤ ਮਿਲੇ, ਤਾਂ ਮੈਂ ਇਹਨਾਂ ਦੁੱਖਾਂ ਨੂੰ ਕਬੂਲ ਕਰ ਲਵਾਂਗਾ, ਪਰ ਇਨਸਾਨੀਅਤ ਨੂੰ ਨਹੀਂ ਛੱਡਾਂਗਾ, ਸੱਚ ਨੂੰ ਨਹੀਂ ਛੱਡਾਂਗਾ। ਜੇ ਮੈਨੂੰ ਕਿਹਾ ਜਾਏ ਕਿ ਤੇਰੇ ਤੇ ਰਾਹੂ ਕੇਤੂ ਲਾਗੂ ਕਰ ਦਿਆਂਗੇ ਜੇ ਤੂੰ ਸੱਚ ਨੂੰ ਨਾ ਛੱਡਿਆ, ਤੇਰੇ ਸਰੀਰ ਨੂੰ ਰੋਗ ਲਾ ਦਿਆਂਗੇ, ਤੈਨੂੰ ਜੇਲ੍ਹਾਂ ਦੇ ਵਿੱਚ ਪਾ ਦਿਆਂਗੇ, ਤਾਂ ਗੁਰੂ ਜੀ ਕਹਿੰਦੇ ਨੇ ਜੇ ਐਵੇਂ ਵੀ ਮੈਨੂੰ ਤੇਰਾ ਪਿਆਰ ਮਿਲੇ, ਧੀ ਤੂੰ ਹੈ ਸਾਲਾਹਣਾ ਆਖਣ ਲਹਿਣਾ ਚਾਹੋ, ਤਾਂ ਵੀ ਮੈਂ ਤੇਰੀ ਸਿਫਤ ਸਲਾਹ ਕਰਾਂਗਾ, ਮੈਂ ਸੱਚ ਨੂੰ ਨਹੀਂ ਛੱਡਾਂਗਾ। ਔਰ ਇਹ ਬਨੌਟੀ ਗੱਲਾਂ ਨਹੀਂ, ਦੇਖੋ ਛੋਟੇ ਸਾਹਿਬਜ਼ਾਦੇ ਨੇ ਹੁਣ ਕਿੰਨਾ ਦੁੱਖ ਦਿੱਤਾ ਜਾ ਰਿਹਾ ਨਾ, ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ, ਪਰ ਉਹਨਾਂ ਨੇ ਸੱਚ ਨੂੰ ਛੱਡਿਆ ਨਹੀਂ ਨਾ। ਰਤ ਪੀਣੇ ਰਾਜੇ ਸੀ ਨਾ ਸਿਰ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਰਤ ਪੀਣਾ ਰਾਜਾ ਸਿਰ ਤੇ ਹੈ ਨਾ, ਕਿ ਇਹਨੂੰ ਜਮੂਰਾਂ ਦੇ ਨਾਲ, ਗਰਮ ਜਮੂਰਾਂ ਨਾਲ ਮਾਸ ਨੋਚੋ, ਕੋਈ ਸੌਖਾ ਹੈ ਮਾਸ ਨੁਚਵਾਉਣਾ? ਗਰਮ ਲਾਲ ਸਲਾਖ ਅੱਖ ਵਿੱਚ ਮਾਰ ਕੇ ਅੱਖ ਕੱਢੀ ਜਾ ਰਹੀ ਹੈ, ਹੱਥ ਵੱਡੇ ਜਾ ਰਹੇ ਨੇ, ਪੈਰ ਵੱਡੇ ਜਾ ਰਹੇ ਨੇ, ਬੱਚੇ ਦਾ ਕਲੇਜਾ ਕੱਢ ਕੇ ਮੂੰਹ ਚ ਪਾਇਆ ਜਾ ਰਿਹਾ, ਪਰ ਉਹ ਸੱਚ ਨੂੰ ਨਹੀਂ ਛੱਡ ਰਿਹਾ। ਹਾਲਾਂਕਿ ਆਪਸ਼ਨ ਦਿੱਤਾ ਗਿਆ ਸੀ ਮੁਸਲਮਾਨ ਹੋ ਜਾ, ਪਰ ਸੱਚ ਨਹੀਂ ਨਾ ਛੱਡਿਆ। ਤਾਂ ਇਹਨਾਂ ਸ਼ਲੋਕਾਂ ਰਾਹੀਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸੁੱਖ ਆਵੇ ਜਾਂ ਦੁੱਖ ਆਵੇ, ਕਦੇ ਸੱਚ ਦਾ ਤਿਆਗ ਨਾ ਕਰੋ। ਅੱਗੇ ਕਹਿੰਦੇ ਨੇ ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ। ਅੱਗੀ ਦਾ ਮਤਲਬ ਅੱਗ, ਗਰਮੀਆਂ ਵਿੱਚ ਸੂਰਜ ਦੀ ਧੁੱਪ। ਪਾਲਾ ਦਾ ਮਤਲਬ ਸਿਆਲੀ ਠੰਡ। ਜੇ ਧੁੱਪ ਤੇ ਸਿਆਲਾਂ ਦਾ ਪਾਲਾ ਮੇਰੇ ਪਹਿਨਣ ਦਾ ਕੱਪੜਾ ਹੋਣ, ਭਾਵ ਮੈਂ ਨੰਗਾ ਹੀ ਹੋਵਾਂ, ਮੇਰੇ ਕੋਲ ਕੱਪੜਾ ਹੋਵੇ ਹੀ ਨਾ, ਗਰਮੀਆਂ ਵਿੱਚ ਮੈਨੂੰ ਧੁੱਪ ਪਹਿਨਣੀ ਪਵੇ ਗਰਮੀ, ਤੇ ਸਰਦੀਆਂ ਦੇ ਅੰਦਰ ਮੈਨੂੰ ਸਰਦੀ ਪਹਿਨਣੀ ਪਵੇ ਸਰਦੀ ਸਹਾਰਨੀ, ਮੈਂ ਨੰਗਾ ਹੀ ਹੋਵਾਂ, ਕੱਪੜਾ ਹੀ ਨਾ ਹੋਵੇ। ਖਾਣਾ ਹੋਵੇ ਵਾਓ, ਤੇ ਮੇਰੇ ਕੋਲ ਖਾਣ ਲਈ ਖੁਰਾਕ ਵੀ ਨਾ ਹੋਵੇ, ਹਵਾ ਦੇ ਸਿਰ ਤੇ ਜੀਣਾ ਰਹਿਣਾ ਪਵੇ। ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਣ, ਨਾਨਕ ਸਭ ਹੋ ਜਾਓ। ਤੇ ਜੇ ਸੁਰਗ ਦੀਆਂ ਅਪਛਰਾਂ ਵੀ ਮੇਰੇ ਘਰ ਵਿੱਚ ਹੋਣ, ਨਾਨਕ ਸਭ ਹੋ ਜਾਓ, ਤਾਂ ਵੀ ਇਹ ਸਾਰਾ ਕੁਛ ਨਾਸ਼ਵੰਤ ਤੇ ਇਹਨਾਂ ਚੋਂ ਸਦਾ ਕੁਛ ਰਹਿਣ ਵਾਲਾ ਨਹੀਂ। ਵੀ ਤੂੰ ਹੈ ਸਾਲਾਹਣਾ ਆਖਣ ਲਹਿਣਾ ਚਾਹੋ, ਤਾਂ ਵੀ ਤੂੰ ਮੇਰੀ ਸਿਫਤ ਯੋਗ ਹੈ, ਤੇਰੀ ਸਿਫਤ ਕਰ ਕਰਕੇ ਮੇਰਾ ਚਾਅ ਜਿਹੜਾ ਹੈ ਲੈਂਦਾ ਨਹੀਂ। ਯਾਨੀ ਜੇ ਮੇਰੇ ਕੋਲ ਕੱਪੜੇ ਪਾਉਣ ਲਈ ਨਾ ਹੋਣ, ਖਾਣ ਲਈ ਕੁਛ ਨਾ ਹੋਵੇ, ਤਾਂ ਵੀ ਮੈਂ ਤੇਰੀ ਸਿਫਤ ਸਲਾਹ ਕਰਾਂਗਾ,
ਤੇ ਜੇ ਮੇਰੇ ਘਰ ਦੇ ਅੰਦਰ ਸਵਰਗ ਵਰਗੀਆਂ ਸੁੰਦਰ ਇਸਤਰੀਆਂ ਹੋਣ, ਖਾਣ ਪੀਣ ਦੇ ਪਦਾਰਥ ਹੋਣ, ਤਾਂ ਵੀ ਤੇਰੀ ਸਿਫਤ ਸਲਾਹ ਨੂੰ ਪ੍ਰਵਾਨ ਕਰਾਂਗਾ, ਇਹਨਾਂ ਦੇ ਬਦਲੇ ਸੱਚ ਨੂੰ ਨਹੀਂ ਛੱਡਾਂਗਾ। ਅਗਲੀ ਪੌੜੀ ਵਿੱਚ ਕਹਿੰਦੇ ਨੇ, ਬਦ ਫੈਲੀ ਗੈਬਾਨਾ ਖਸਮ ਨਾ ਜਾਣੇ। ਬਦ ਫੈਲੀ ਦਾ ਮਤਲਬ ਬੁਰੇ ਕਰਮ ਕਰਨ ਵਾਲਾ, ਗੈਬਾਨਾ ਦਾ ਮਤਲਬ ਹੈਗਾ ਹੈ ਛਿਪਿਆ ਹੋਇਆ। ਗੈਬਾਨ ਭੂਤਨੇ ਨੂੰ ਵੀ ਕਹਿੰਦੇ ਨੇ, ਤੇ ਗੈਬਾਨਾ ਕਹਿੰਦੇ ਨੇ ਲੁਕਣਾ। ਬਦ ਫੈਲੀ ਗੈਬਾਨਾ ਖਸਮ ਨਾ ਜਾਣੇ। ਜੋ ਮਨੁੱਖ ਲੁਕ ਕੇ ਪਾਪ ਕਰਦਾ ਹੈ ਤੇ ਖਸਮ ਨੂੰ ਹਰ ਥਾਂ ਤੇ ਨਹੀਂ ਸਮਝਦਾ, ਰੱਬ ਨੂੰ ਹਰ ਥਾਂ ਤੇ ਨਹੀਂ ਸਮਝਦਾ, ਬਦਫੈਲੀਆਂ ਕਰਦਾ ਹੈ ਲੁਕ ਲੁਕ ਕੇ। ਸੋ ਕਹੀਏ ਦੇਵਾਨਾ ਆਪ ਨਾ ਪਛਾਣਈ। ਹੁਣ ਗੁਰੂ ਪਾਤਸ਼ਾਹ ਜੀ ਪਹਿਲੋਂ ਕਹਿੰਦੇ ਨੇ ਵੀ ਜਿਹੜਾ ਲੁਕ ਲੁਕ ਕੇ ਕਰਮ ਕਰਦਾ ਨਾ ਮਾੜੇ, ਉਹਨੂੰ ਅਸੀਂ ਗੈਬਾਨਾ ਭੂਤਨਾ ਕਵਾਂਗੇ। ਉਹ ਭੂਤਨਾ ਹੈ, ਉਹ ਬੰਦਾ ਨਹੀਂ ਹੈ। ਸੋ ਕਹੀਏ ਦੇਵਾਨਾ ਆਪ ਨਾ ਪਛਾਣਈ। ਦੇਵਾਨਾ ਦਾ ਮਤਲਬ ਪਾਗਲ। ਉਹ ਬੰਦਾ ਕਮਲਾ ਔਰ ਪਾਗਲ ਹੈ ਜਿਹੜਾ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ ਕਿ ਮੈਂ ਰੱਬ ਦਾ ਹੀ ਰੂਪ ਹਾਂ, ਜੋ ਸੈਲਫ ਐਨਾਲਿਸਿਸ ਨਹੀਂ ਕਰਦਾ, ਜੋ ਆਪਣੇ ਅੰਦਰ ਚੰਗੀਆਂ ਪੋਸੀਬਿਲਿਟੀਜ਼ ਨੂੰ ਨਹੀਂ ਪਛਾਣਦਾ, ਉਹ ਬੰਦਾ ਕਮਲਾ ਹੀ ਹੈ। ਹੁਣ ਦੇਖੋ, ਸਾਡੇ ਅੰਦਰ ਸੱਚ, ਸੰਤੋਖ, ਦਇਆ, ਧਰਮ, ਕਿੰਨੇ ਸਾਰੇ ਗੁਣਾਂ ਦੀ ਪੋਸੀਬਿਲਿਟੀਜ਼ ਨੇ, ਪਰ ਅਸੀਂ ਪਛਾਣ ਨਹੀਂ ਪਾ ਰਹੇ। ਕਲਹ ਬੁਰੀ ਸੰਸਾਰ ਵਾਦੇ ਖੱਪੀਏ। ਕਲਹ ਦਾ ਮਤਲਬ ਜੋ ਸ਼ਾਂਤੀ ਦਾ ਨਾਸ ਕਰੇ, ਕਲ ਕਲੇਸ਼। ਵਾਦੇ ਦਾ ਮਤਲਬ ਝਗੜੇ, ਖਪੀਏ ਦਾ ਮਤਲਬ ਖਪਦਾ ਰਹਿੰਦਾ ਹੈ। ਜਗਤ ਵਿੱਚ ਵਿਕਾਰਾਂ ਦੀ ਐਸੀ ਵਿਖਾਂਦ ਹੈ, ਚੰਦਰੇ ਝਗੜੇ ਨੇ। ਵਿਕਾਰਾਂ ਦੇ ਵਿੱਚ ਪਿਆ ਹੋਇਆ ਮਨੁੱਖ ਇਹਨਾਂ ਝਮੇਲਿਆਂ ਦੇ ਅੰਦਰ ਹੀ, ਪਾਪਾਂ ਦੇ ਵਿੱਚ ਹੀ ਖਪਦਾ ਰਹਿੰਦਾ ਹੈ। ਵਿਣ ਨਾਵੇਂ ਵਿਕਾਰ ਭਰਮੇ ਪਛੀਏ। ਵਿਕਾਰ ਦਾ ਮਤਲਬ ਵਿਕਾਰਾਂ ਦੇ ਵਿੱਚ, ਪਛੀਏ ਦਾ ਮਤਲਬ ਖੁਆਰ ਹੋਈਦਾ। ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣ, ਰੱਬੀ ਰਜਾ ਛੱਡ ਕੇ ਮੰਦ ਕਰਮ ਔਰ ਭਟਕਣਾ ਦੇ ਅੰਦਰ ਜੋ ਪਿਆ ਹੈ, ਉਹ ਖੁਆਰ ਹੁੰਦਾ ਰਹਿੰਦਾ ਹੈ। ਰਾਹ ਦੋਵੇਂ ਇੱਕ ਜਾਣੈ ਸੋਈ ਸਿਜਸੀ। ਇਸ ਦੁਨੀਆ ਦੇ ਵਿੱਚ ਦੋ ਰਾਸਤੇ ਨੇ, ਇੱਕ ਦੀਨ ਦਾ ਔਰ ਇੱਕ ਦੁਨੀ ਦਾ, ਇੱਕ ਸੱਚ ਦਾ, ਇੱਕ ਝੂਠ ਦਾ। ਤਾਂ ਗੁਰੂ ਜੀ ਕਹਿੰਦੇ ਨੇ ਦੋ ਰਾਹ ਨੇ, ਝੂਠ ਔਰ ਸੱਚ ਦਾ। ਇਹਨਾਂ ਵਿੱਚੋਂ ਇੱਕ ਜਾਣੈ, ਜਿਹੜਾ ਇੱਕ ਸੱਚ ਦੇ ਰਾਸਤੇ ਨੂੰ ਜਾਣ ਲੈਂਦਾ ਨਾ, ਸਮਝ ਲੈਂਦਾ, ਸੋਈ ਸਿਜਸੀ, ਉਹ ਬੰਦਾ ਜਿੱਤ ਜਾਂਦਾ ਹੈ, ਉਹ ਬੰਦਾ ਕਾਮਯਾਬ ਹੁੰਦਾ ਹੈ। ਕੁਫਰ ਗੋ ਕੁਫਰਾਣੇ ਪਿਆ ਦਜਸੀ। ਕੁਫਰ ਦਾ ਮਤਲਬ ਝੂਠ, ਕੁਫਰ ਗੋ ਦਾ ਮਤਲਬ ਝੂਠ ਬੋਲਣ ਵਾਲਾ, ਦਜਸੀ ਦਾ ਮਤਲਬ ਸੜੇਗਾ। ਨਹੀਂ ਤਾਂ ਝੂਠ ਬੋਲਣ ਵਾਲਾ ਬੰਦਾ ਸਾਰੀ ਜ਼ਿੰਦਗੀ ਝੂਠ ਵਿੱਚ ਹੀ ਗਲਤਾਨ ਹੋਇਆ ਰਹਿੰਦਾ, ਝੂਠ ਵਿੱਚ ਹੀ ਸੜਦਾ ਰਹਿੰਦਾ ਹੈ। ਸਭ ਦੁਨੀਆ ਸੁਭਾਨ ਸੱਚ ਸਮਾਈ ਹੈ। ਸੁਭਾਨ ਦਾ ਮਤਲਬ ਬੜੀ ਸੁੰਦਰ। ਗੁਰੂ ਜੀ ਕਹਿੰਦੇ ਨੇ ਸੱਚ ਸਮਾਈਏ ਦਾ ਮਤਲਬ ਜੇ ਬੰਦਾ ਸੱਚ ਦੇ ਅੰਦਰ ਲੀਨ ਹੋ ਜਾਏ ਨਾ, ਸਭ ਦੁਨੀਆ ਸੁਭਾਨ, ਫਿਰ ਇਹ ਸਾਰੀ ਦੁਨੀਆ ਬੜੀ ਸੋਹਣੀ, ਫਿਰ ਇਹ ਦੁਨੀਆ ਸੋਹਣੀ ਲੱਗੇਗੀ। ਔਰ ਹੈ ਵੀ ਸੋਹਣੀ ਹੈ ਜੇ ਬੰਦਾ ਸੱਚ ਨੂੰ ਜਾਣ ਲਵੇ, ਸੱਚ ਦੇ ਅੰਦਰ ਸਮਾ ਜਾਏ। ਸਿੱਝੇ ਦਰ ਦੀਵਾਨ ਆਪ ਗਵਾਈਐ। ਸਿੱਝੇ ਦਾ ਮਤਲਬ ਜਿੱਤਦਾ ਹੈ, ਦਰ ਦਾ ਮਤਲਬ ਦਰ ਤੇ, ਰੱਬ ਦੀ ਦਰਗਾਹ ਵਿੱਚ ਉਹ ਬੰਦਾ ਪ੍ਰਵਾਨ ਹੁੰਦਾ ਹੈ, ਆਪ ਗਵਾਈਏ, ਜੋ ਆਪਣੇ ਆਪੇ ਨੂੰ ਗਵਾ ਦਿੰਦਾ ਹੈ। ਉਹ ਖੁਦ ਹੀ ਮਿਟਾ ਕੇ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਂਦਾ ਹੈ। ਤੇ ਪ੍ਰਭੂ ਦੀ ਦਰਗਾਹ, ਆ ਸਾਰਾ ਸੰਸਾਰ ਪ੍ਰਭੂ ਦੀ ਹੀ ਦਰਗਾਹ ਹੈ। ਭਾਵ ਉਹਨੂੰ ਸਾਰੇ ਸੰਸਾਰ ਦੇ ਅੰਦਰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ, ਜੋ ਆਪਣੇ ਆਪੇ ਨੂੰ ਗਵਾ ਦਿੰਦਾ ਹੈ ਔਰ ਜੋ ਇਹਨਾਂ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਐਸੀ ਜ਼ਿੰਦਗੀ ਜੀ ਸਕੀਏ ਔਰ ਐਸੇ ਜੀਵਨ ਨੂੰ ਅਸੀਂ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰ ਸਕੀਏ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਜਿਨ੍ਹਾਂ ਵੀਰਾਂ ਭੈਣਾਂ ਨੇ ਅੱਜ ਦੀ ਵਿਚਾਰ ਵਿੱਚ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਅਨਮਿਊਟ ਹੋ ਜਾਓ। ਜੇ ਆਪਣੇ ਵਿਚਾਰ ਦੇਣੇ ਨੇ ਤਾਂ ਵੀ ਆਪ ਅਨਮਿਊਟ ਹੋ ਸਕਦੇ ਹੋ। ਅਗਲੀ ਕਾਰਵਾਈ ਕਲਾਸ ਦੀ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ, ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਫੇਸਬੁੱਕ ਤੇ ਸਰਵਣ ਕਰ ਰਹੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ, ਜੋ ਆਪ ਇੰਨਾ ਪਿਆਰ ਸਤਿਕਾਰ ਬਖਸ਼ਦੇ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।